ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 111। ਸਿਪਾਹੀਆਂ ਨੂੰ ਬੇਹਥਿਆਰ ਕਰਨਾ ਤੇ ਪੰਜਾਬ ਵਿੱਚ ਵਿਦਰੋਹ ਦਾ ਦਮਨ। ਕਿਉਂਕਿ ਬਗਾਵਤ ਦੀ ਕੋਈ ਯੋਜਨਾ ਤਿਆਰ ਨਹੀਂ ਕੀਤੀ ਗਈ ਸੀ, ਇਸ ਲਈ ਪੰਜਾਬ ਵਿਚਲੀਆਂ ਪਲਟਨਾਂ ਨੂੰ ਮੇਰਠ ਤੇ ਦਿੱਲੀ ਵਿੱਚ 10 ਤੇ 11 ਮਈ 1857 ਵਿੱਚ ਹੋਈ ਕਿਸੇ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਦੇ ਉਲਟ ਮਿੰਟ ਗੁਰਮੀ ਨੇ, ਜੋ ਜੌਨ ਲਾਰੈਂਸ ਦੀ ਗੈਰ ਹਾਜ਼ਰੀ ਵਿੱਚ ਕਾਰਜਕਾਰੀ ਚੀਫ ਕਮਿਸ਼ਨਰ ਸੀ, ਇਹਨਾਂ ਸ਼ਹਿਰਾਂ ਤੋਂ ਤਾਰ ਰਾਹੀਂ ਵਿਦਰੋਹ ਬਹਾਦਰ ਸ਼ਾਹ ਦੇ ਬਾਦਸ਼ਾਹ ਘੋਸ਼ਿਤ ਕੀਤੇ ਜਾਣ ਤੇ ਅੰਗਰੇਜ਼ਾਂ ਦੇ ਕਤਲ ਕੀਤੇ ਜਾਣ ਦੀ ਪੂਰੀ ਸੂਚਨਾ ਪ੍ਰਾਪਤ ਕਰ ਲਈ ਸੀ। ਮਿੰਟਗੁਮਰੀ ਨੇ ਉੱਚ ਸਿਵਲ ਤੇ ਸੈਨਿਕ ਅਧਿਕਾਰੀਆਂ ਦੀ ਮੀਟਿੰਗ ਸਥਿਤੀ ਦੇ ਵਿਚਕਾਰ ਲਈ ਬੁਲਾਈ ਤੇ ਮੀਆਂ ਮੀਰ ਛਾਉਣੀ ਦੇ ਸਿਪਾਹੀਆਂ ਨੂੰ ਬੇਹਥਿਆਰ ਕਰ ਦੇਣ ਦਾ ਫੈਸਲਾ ਕੀਤਾ। 13 ਮਈ ਦੀ ਸਵੇਰ ਨੂੰ ਦੇਸੀ ਸਿਪਾਹੀਆਂ ਨੂੰ ਸ਼ਸਤਰ ਦੇ ਦੇਣ ਲਈ ਮਜਬੂਰ ਕਰ ਦਿੱਤਾ ਗਿਆ। ਉਸੇ ਦਿਨ ਪਿਸ਼ਾਵਰ ਵਿੱਚ ਜੰਗੀ ਕੌਂਸਲ ਬੁਲਾਈ ਗਈ। ਜਨਰਲ ਰੀਡ ਨੇ ਪੰਜਾਬ ਵਿੱਚ ਸੈਨਾ ਦੀ ਕਮਾਨ ਸੰਭਾਲ ਲਈ। ਜੇਹਲਮ ਵਿੱਚ ਇੱਕ ਫਿਰੰਤੂ ਦਸਤਾ ਸਥਾਪਿਤ ਕੀਤਾ ਗਿਆ ਤਾਂ ਜੋ ਉਹ ਹਰ ਉਸ ਥਾਂ ਤੇ ਪਹੁੰਚੇ ਜਿੱਥੇ ਵਿਦਰੋਹ ਦਬਾਉਣ ਦੀ ਲੋੜ ਪਵੇ। ਜੌਨ ਲਾਰੈਂਸ ਵਿਦਰੋਹ ਦੇ ਪਹਿਲੇ 2 ਮਹੀਨੇ ਰਾਵਲਪਿੰਡੀ ਰਿਹਾ ਤੇ ਉਸ ਨੇ ਆਪਣੇ ਮਾਤਹਿਤਾਂ ਨਾਲ ਰਾਬਤਾ ਰੱਖਿਆ। ਉਸ ਨੇ ਦਿੱਲੀ ਉੱਪਰ ਮੁੜ ਕਬਜ਼ਾ ਕਰਨ ਨੂੰ ਬਹੁਤ ਮਹੱਤਤਾ ਦਿੱਤੀ। ਇਸ ਮਨੋਰਥ ਲਈ ਉਸ ਨੇ ਸੁਝਾਅ ਦਿੱਤਾ ਕਿ ਪਹਾੜਾਂ ਵਿਚਲੀ ਸੈਨਾ ਅੰਬਾਲੇ ਵੱਲ ਕੂਚ ਕਰੇ ਤੇ ਉਸ ਨੇ ਕਮਾਂਡਰ ਇਨ ਚੀਫ ਤੇ ਜ਼ੋਰ ਦਿੱਤਾ ਕਿ ਉਹ ਅੰਬਾਲਾ ਦੀ ਛਾਉਣੀ ਵਿਚਲੀ ਫੌਜ ਨੂੰ ਕਾਰਵਾਈ ਕਰਨ ਲਈ ਖੁੱਲ੍ਹ ਦੇ ਦੇਵੇ। ਇਸ ਮਨੋਰਥ ਲਈ ਉਹਦੀ ਯੋਜਨਾ ਇਹ ਸੀ ਕਿ ਸ਼ੱਕੀ ਫੌਜ ਬੇਹਥਿਆਰ ਕਰ ਦਿੱਤੀ ਜਾਵੇ, ਨਵੀਆਂ ਪਲਟਨਾਂ ਕਾਇਮ ਕਰ ਦਿੱਤੀਆਂ ਜਾਣ ਤੇ ਭਰਤੀ ਕੀਤੀ ਜਾਵੇ ਤੇ ਪੰਜਾਬ ਵਿੱਚੋਂ ਹਰ ਉਪਲਬਧ ਸੈਨਿਕ ਦਿੱਲੀ ਉੱਪਰ ਚੜ੍ਹਾਈ ਕਰਨ ਲਈ ਤੇ ਫੌਜ ਦੀ ਗਿਣਤੀ ਵਧਾਉਣ ਲਈ ਵਰਤਿਆ ਜਾਵੇ। ਜਦੋਂ ਲਾਰੈਂਸ ਦੇ ਦਿਮਾਗ ਵਿੱਚ ਇਹ ਤਜਵੀਜ਼ਾਂ ਚੱਕਰ ਲਾ ਰਹੀਆਂ ਸਨ ਤਾਂ ਪੰਜਾਬ ਵਿੱਚੋਂ ਫਿਰੋਜ਼ਪੁਰ ਤੋਂ ਪਹਿਲੇ ਵਿਦਰੋਹ ਦੀਆਂ ਖ਼ਬਰਾਂ ਆ ਗਈਆਂ। ਪਹਿਲਾਂ ਹੀ ਚੇਤਾਵਨੀ ਮਿਲੀ ਹੋਣ ਕਰਕੇ ਅੰਗਰੇਜ਼ ਅਧਿਕਾਰੀਆਂ ਨੇ ਅਸਲਾਖਾਨੇ ਦੀ ਸੁਰੱਖਿਆ ਦੇ ਕਦਮ ਉਠਾਏ ਤੇ ਵਿਦਰੋਹੀਆਂ ਦਾ ਹਮਲਾ ਪਿਛਾੜ ਦਿੱਤਾ। ਨਾਲ ਦੀ ਨਾਲ ਹੀ ਫਿਲੌਰ, ਗੋਬਿੰਦਗੜ੍ਹ, ਕਾਂਗੜਾ, ਅਟਕ ਤੇ ਮੁਲਤਾਨ ਦੇ ਕਿਲ੍ਹਿਆਂ ਤੇ ਕਬਜ਼ਾ ਕਰ ਲਿਆ ਗਿਆ ਤੇ ਇਸ ਤਰ੍ਹਾਂ ਸਿਪਾਹੀਆਂ ਦੀ ਫਿਲੌਰ ਨੂੰ ਹਮਲਾ ਕਰਨ ਲਈ ਇਕੱਠੇ ਹੋਣ ਲਈ ਕੇਂਦਰੀ ਬਿੰਦੂ ਬਣਾਉਣ ਦੀ ਯੋਜਨਾ ਅਸਫਲ ਬਣਾ ਦਿੱਤੀ। ਸ਼ਿਮਲੇ ਦੀਆਂ ਪਹਾੜੀ ਛਾਉਣੀਆਂ, ਜਟੋਗ, ਡਗਸ਼ਈ ਤੇ ਕਸੌਲੀ ਦੀ ਸਥਿਤੀ ਨੇ ਕੁਝ ਚਿੰਤਾ ਪੈਦਾ ਕਰ ਦਿੱਤੀ। ਗੋਰਖਾ ਪਲਟਨਾਂ ਨੇ ਆਪਣੇ ਅਫਸਰਾਂ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਸੌਲੀ ਵਿੱਚ ਤਾਂ ਉਹਨਾਂ ਨੇ ਖਜ਼ਾਨਾ ਹੀ ਲੁੱਟ ਲਿਆ ਸੀ। ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸਨ ਤੇ ਉਹਨਾਂ ਨੂੰ ਬੈਰਕਾਂ ਵਿੱਚ ਚਲੇ ਜਾਣ ਲਈ ਮਨਾ ਲਿਆ ਗਿਆ ਸੀ। ਜਿਉਂ ਹੀ ਮੇਰਠ ਤੇ ਦਿੱਲੀ ਦੇ ਵਿਦਰੋਹਾਂ ਦੀ ਖ਼ਬਰ ਫੈਲੀ ਤਾਂ ਸਤਲੁਜ ਦੇ ਦੱਖਣ ਵਿਚਲੀਆਂ ਰਿਆਸਤਾਂ ਵਿੱਚ ਤੇ ਪੰਜਾਬ ਦੇ ਸ਼ਹਿਰਾਂ, ਖ਼ਾਸ ਕਰਕੇ ਅੰਬਾਲਾ, ਪਾਣੀਪਤ ਤੇ ਥਾਣੇਸਰ ਵਿੱਚ ਜਿਵੇਂ ਖੁੱਲ੍ਹਮ-ਖੁੱਲ੍ਹੇ ਹਿੰਸਕ ਅਪਰਾਧਾਂ ਦੀ ਰੁੱਤ ਹੀ ਆ ਗਈ ਸੀ। ਰੰਗੜਾਂ ਤੇ ਗੁੱਜਰ ਕਬੀਲਿਆਂ ਨੇ ਦਿਨ ਦਿਹਾੜੇ ਲੁੱਟਣਾ ਸ਼ੁਰੂ ਕਰ ਦਿੱਤਾ। ਹਰਿਆਣੇ ਦੇ ਕੁਝ ਭੂਮੀ ਮਾਲਕ ਸ਼ਹਿਜ਼ਾਦੇ, ਝੱਗਰ ਤੇ ਦਾਦਰੀ ਦੇ ਨਵਾਬ ਤੇ ਬਬਲਗੜ੍ਹ ਦਾ ਰਾਜਾ ਬਾਗੀਆਂ ਨਾਲ ਜਾ ਮਿਲੇ। ਲੁਹਾਰੂ ਦਾ ਨਵਾਬ ਨਿਰਪੱਖ ਰਿਹਾ। ਪੂਰਬੀ ਪੰਜਾਬ ਵਿੱਚ ਭਾਵੇਂ ਕਰਨਾਲ ਤੇ ਮਲੇਰਕੋਟਲਾ ਦੇ ਮੁਸਲਮਾਨ ਨਵਾਬਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਪਰ ਮੁਸਲਮਾਨ ਕਿਸਾਨਾਂ ਦੀ ਹਮਦਰਦੀ ਬਾਗੀਆਂ ਨਾਲ ਹੀ ਸੀ। ਹਿੰਦੂ ਵਧੇਰੇ ਕਰਕੇ ਬੇਲਾਗ ਰਹੇ। ਸਤਲੁਜ ਦੇ ਉੱਤਰ ਵੱਲ ਦੇ ਲੋਕ ਅੰਗਰੇਜ਼ਾਂ ਦੇ ਵਫ਼ਾਦਾਰ ਰਹੇ।
ਕੁਝ ਕੁ ਤੋਂ ਬਿਨਾਂ ਸਤਲੁਜ ਦੇ ਆਰ-ਪਾਰ ਭਾਵ ਦੋਹਾਂ ਪਾਸਿਆਂ ਦੇ ਰਾਜੇ ਤੇ ਕਿਸਾਨ ਅੰਗਰੇਜ਼ਾਂ ਦੀ ਖੁੱਲ੍ਹੀ ਹਿਮਾਇਤ 'ਤੇ ਆ ਗਏ। ਜੀਂਦ, ਪਟਿਆਲਾ, ਨਾਭਾ, ਕਲਸੀਆ ਤੇ ਕਪੂਰਥਲਾ ਦੇ ਰਾਜੇ ਮਲੌਦ, ਖੇੜੀ, ਭਦੌੜ, ਲੋਧੜਾਂ, ਸਿੰਘਪੁਰੀਏ ਸਰਦਾਰ ਤੇ ਕਰਤਾਰਪੁਰ ਦੇ ਸੋਢੀਆਂ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਪੰਜਾਬ ਦੇ ਦੂਸਰੇ ਪਾਸੇ ਨੌਸ਼ਹਿਰਾ ਤੇ ਮਰਦਾਨ ਵਿੱਚ ਵਿਦਰੋਹ ਨੇ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ। ਪਿਸ਼ਾਵਰ ਵਿੱਚ ਈਦ ਦੇ ਤਿਉਹਾਰ ਸਮੇਂ ਜਵਾਨਾਂ ਉੱਪਰ ਹੜਤਾਲ ਕਰਾਉਣ ਦਾ ਸ਼ੱਕ ਹੋ ਗਿਆ, ਜਿਸ ਕਾਰਨ 3 ਦੇਸੀ ਪਲਟਨਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ। ਮਰਦਾਨ ਦੇ ਸਿਪਾਹੀਆਂ ਨੂੰ ਇਸ ਦਾ ਪਤਾ ਲੱਗ ਗਿਆ ਤੇ ਉਹਨਾਂ 'ਚੋਂ 500 ਸਵਾਤ ਦੌੜ ਗਏ ਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਵਲੀ ਨੂੰ ਅਰਪਿਤ ਕਰ ਦਿੱਤੀਆਂ। ਜੌਨ ਲਾਰੈਂਸ ਨੇ ਦੋਹਾਂ ਪਾਸਿਆਂ ਤੋਂ ਪੰਜਾਬ ਦੀ ਨਾਕਾਬੰਦੀ ਕਰ ਦਿੱਤੀ। ਪਠਾਨ ਕਬਾਇਲੀਆਂ ਤੇ ਅਫਗਾਨਿਸਤਾਨ ਦੇ ਚੰਚਲ ਅਮੀਰ ਦੋਸਤ ਮੁਹੰਮਦ ਨੂੰ ਮੈਦਾਨਾਂ 'ਤੇ ਹਮਲਾ ਕਰਨ ਦੇ ਮੌਕੇ ਦਾ ਲਾਭ ਉਠਾਉਣ ਤੋਂ ਰੋਕਣ ਲਈ ਉੱਤਰ ਪੱਛਮੀ ਸੀਮਾ 'ਤੇ ਫੌਜਾਂ ਜਮ੍ਹਾਂ ਕਰ ਲਈਆਂ ਗਈਆਂ। ਦੱਖਣ ਪੂਰਬੀ ਸਿਰੇ 'ਤੇ ਵੀ ਹਰਿਆਣਾ ਵਿੱਚ ਸੈਨਾ ਬਾਗੀਆਂ ਦਾ ਪੰਜਾਬ ਵਿੱਚ ਦਖਲ ਰੋਕਣ ਲਈ ਨਿਯੁਕਤ ਕਰ ਦਿੱਤੀ ਗਈ। ਪੰਜਾਬ ਵਿੱਚ ਵੀ ਭਗੌੜਿਆਂ ਨੂੰ ਪਕੜਨ ਲਈ ਵਫਾਦਾਰ ਪੰਜਾਬੀਆਂ ਤੇ ਅੰਗਰੇਜ਼ਾਂ ਦੇ ਗਸ਼ਤੀ ਦਸਤਿਆਂ ਨੂੰ ਹੁਕਮ ਦੇ ਦਿੱਤਾ ਗਿਆ। ਪੱਤਨਾਂ 'ਤੇ ਰੱਖਿਅਕ ਨਿਯੁਕਤ ਕਰ ਦਿੱਤੇ ਗਏ ਤੇ ਜਿੱਥੇ ਦਰਿਆਵਾਂ 'ਤੇ ਲੰਘਣਾ ਸੁਖਾਲਾ ਸੀ ਉੱਥੇ ਉੱਚੇ-ਉੱਚੇ ਬੰਨ੍ਹ ਲਾਏ ਗਏ। ਜਲੰਧਰ ਵਿੱਚ ਵਿਦਰੋਹ ਦੀ ਅੱਗ ਭੜਕ ਪਈ ਕਿਉਂਕਿ ਉੱਥੇ ਅਧਿਕਾਰੀ ਦੇਸੀ ਪਲਟਨਾਂ ਨੂੰ ਬੇਹਥਿਆਰ ਕਰਨ ਵਿੱਚ ਢਿੱਲ ਮੱਠ ਕਰਦੇ ਰਹੇ। ਬਾਗੀ ਫਿਲੌਰ ਵੱਲ ਤੁਰ ਪਏ, ਜਿੱਥੇ ਉਹਨਾਂ ਨਾਲ ਦੇਸੀ ਪਿਆਦਾ ਫੌਜ ਦੀ ਤੀਜੀ ਪਲਟਨ ਮਿਲ ਗਈ ਤੇ ਫਿਰ ਉਹ ਦਿੱਲੀ ਵੱਲ ਤੁਰ ਪਏ। ਜੌਨ ਲਾਰੈਂਸ ਇਸ ਨਤੀਜੇ 'ਤੇ ਪਹੁੰਚਿਆ ਕਿ ਸ਼ੱਕੀ ਪਲਟਨਾਂ ਦੇ ਨਿਸ਼ਸਤਰੀਕਰਨ ਤੇ ਬਹੁਤ ਸਾਰੇ ਬਾਗੀਆਂ ਦੇ ਭਗੌੜੇ ਹੋਣ ਨਾਲ ਦੂਸਰਿਆਂ ਦੀ ਵਫਾਦਾਰੀ 'ਤੇ ਵੀ ਪ੍ਰਭਾਵ ਪਿਆ ਹੈ। ਉਸ ਨੇ ਹਿੰਦੁਸਤਾਨੀ ਸਿਪਾਹੀਆਂ ਤੋਂ ਉਹਨਾਂ ਦੇ ਪਹਿਲੇ ਵਤੀਰੇ ਨੂੰ ਧਿਆਨ 'ਚ ਰੱਖੇ ਬਿਨਾਂ ਹੀ ਜਿੱਥੇ ਸੰਭਵ ਹੋਇਆ ਹਥਿਆਰ ਖੋਹ ਲਏ। ਇਸ ਨੀਤੀ ਦਾ ਅਨੁਸਰਨ ਕਰਦਿਆਂ ਹੋਇਆਂ ਪੰਜਾਬ ਦੀਆਂ ਛਾਉਣੀਆਂ ਮੁਲਤਾਨ ਤੇ ਫਿਲੌਰ ਸਮੇਤ ਸ਼ਸਤਰਹੀਣ ਕਰ ਦਿੱਤੀਆਂ ਗਈਆਂ। ਇਹ ਕੰਮ ਹਰ ਥਾਂ ਆਰਾਮ ਨਾਲ ਨਾ ਹੋਇਆ। ਜੇਲ੍ਹਾਂ ਵਿੱਚ ਕਾਫੀ ਖੂਨ ਖਰਾਬਾ ਹੋਇਆ ਤੇ ਕੁਝ ਬਾਗੀ ਆਪਣੇ ਮਗਰ ਲੱਗੇ ਹੋਇਆਂ ਤੋਂ ਬਚ ਕੇ ਜੰਮੂ ਵੱਲ ਨਿਕਲ ਗਏ। ਜੇਹਲਮ ਦੀ ਘਟਨਾ ਤੋਂ 2 ਦਿਨ ਪਿੱਛੋਂ ਸਿਪਾਹੀਆਂ ਨੇ ਸਿਆਲਕੋਟ ਵਿੱਚ ਆਪਣੇ ਕੁਝ ਅਫਸਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਦਿੱਲੀ ਵੱਲ ਚਲੇ ਗਏ। ਨਿਕਲਸਨ ਨੇ ਉਹਨਾਂ ਨੂੰ ਰਾਵੀ ਦਰਿਆ ਦੇ ਤ੍ਰਿਮੂ ਘਾਟ 'ਤੇ ਜਾ ਪਕੜਿਆ। ਇਸ ਮਗਰੋਂ ਹੋਏ 2 ਮੁਕਾਬਲਿਆਂ ਵਿੱਚ ਲਗਭਗ ਸਭ ਸਿਪਾਹੀ ਜਾਂ ਤਾਂ ਮਾਰੇ ਗਏ ਜਾਂ ਡੁੱਬ ਗਏ। ਲਾਹੌਰ ਵਿੱਚ ਸ਼ਸਤਰਹੀਣ ਕੀਤੀ ਪਲਟਨ ਬੇਚੈਨ ਹੋ ਉੱਠੀ। 26ਵੀਂ ਦੇਸੀ ਪਿਆਦਾ ਪਲਟਨ ਨੇ ਅਚਾਨਕ ਹੀ ਆਪਣੇ ਅਫਸਰਾਂ 'ਤੇ ਹਮਲਾ ਕਰ ਦਿੱਤਾ ਤੇ ਉਹ ਉੱਤਰ ਵੱਲ ਰਾਵੀ ਦੇ ਨਾਲ-ਨਾਲ ਤੁਰ ਪਏ। ਉਹਨਾਂ ਉੱਪਰ ਸਿਪਾਹੀਆਂ ਦੀ ਇੱਕ ਟੁਕੜੀ ਤੇ ਸ਼ਸਤਰਬੱਧ ਪੇਂਡੂਆਂ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ। ਇਸ ਮੁਕਾਬਲੇ ਵਿੱਚ 150 ਆਦਮੀ ਮਾਰੇ ਗਏ। ਇਸ ਪਲਟਨ ਦੇ ਇੱਕ ਵੱਡੇ ਭਾਗ 'ਤੇ, ਜਿਸ ਨੇ ਇੱਕ ਟਾਪੂ ਵਿੱਚ ਸ਼ਰਨ ਲੈ ਲਈ ਸੀ, ਮਗਰੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ F. ਕਪੂਰ ਦੀ ਅਗਵਾਈ ਵਿੱਚ ਜਾ ਕੇ ਹਮਲਾ ਕੀਤਾ ਗਿਆ। 50 ਡੁੱਬ ਕੇ ਮਰ ਗਏ ਜਾਂ ਦਰਿਆ ਪਾਰ ਕਰਨ ਲਈ ਤਰਨ ਦੀ ਕੋਸ਼ਿਸ਼ ਕਰਦੇ ਹੋਏ ਗੋਲੀ ਨਾਲ ਮਾਰੇ ਗਏ। ਬਾਕੀ ਦੇ ਲਗਭਗ 280 ਗ੍ਰਿਫਤਾਰ ਕਰ ਲਏ ਤੇ ਉਹਨਾਂ ਨੂੰ ਅਜਨਾਲਾ ਪਿੰਡ ਦੇ ਪੁਲਿਸ ਥਾਣੇ ਲਿਜਾਇਆ ਗਿਆ। ਕਪੂਰ ਨੇ 10-10 ਦੀਆਂ ਟੋਲੀਆਂ ਬਣਾ ਕੇ 237 ਨੂੰ ਗੋਲੀ ਨਾਲ ਉਡਾ ਦਿੱਤਾ। ਦੂਸਰਿਆਂ ਨੇ ਤਹਿਖਾਨੇ ਵਿੱਚੋਂ ਬਾਹਰ ਆਉਣ ਤੋਂ ਨਾਂਹ ਕਰ ਦਿੱਤੀ, ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ। ਕਪੂਰ ਨੇ ਰਾਤ ਭਰ ਉਹਨਾਂ ਨੂੰ ਉੱਥੇ ਹੀ ਰਹਿਣ ਦਿੱਤਾ। ਅਗਲੀ ਸਵੇਰ ਉਹਨਾਂ ਵਿੱਚੋਂ 45 ਸਾਹ ਘੁੱਟਣ ਕਰਕੇ ਮਰੇ ਪਾਏ ਗਏ। ਦਰਵਾਜ਼ੇ ਖੋਲ੍ਹੇ ਗਏ ਤਾਂ ਵੇਖਿਆ ਕਿ ਸਭ ਮਰੇ ਪਏ ਸਨ। ਅਣਜਾਣੇ ਹੀ ਬਲੈਕ ਹੋਲ ਦੁਖਾਂਤ ਦੁਹਰਾਇਆ ਗਿਆ ਸੀ। ਰਾਤ ਨੂੰ ਘੋੜਸਵਾਰਾਂ, ਪੁਲਿਸ, ਤਹਿਸੀਲ ਦੇ ਪਹਿਰੇਦਾਰਾਂ ਦੇ
ਜੋਸ਼ੀਲੇ ਪੇਂਡੂਆਂ ਦੇ ਰੌਲੇ ਰੱਪੇ, ਹਲਚਲ ਤੇ ਸ਼ੋਰ ਸ਼ਰਾਬੇ ਵਿੱਚ ਕੋਈ ਵੀ ਚੀਖ ਸੁਣਾਈ ਨਾ ਦਿੱਤੀ। ਡਰ, ਸਾਹ ਘੁੱਟਣਾ, ਥਕੇਵੇਂ, ਗਰਮੀ ਕਾਰਨ 45 ਮਰ ਗਏ ਤੇ ਉਹਨਾਂ ਨੂੰ ਬਾਹਰ ਚਾਨਣ ਵਿੱਚ ਲਿਆ ਕੇ ਇੱਕ ਟੋਏ ਵਿੱਚ ਹੋਰਨਾਂ ਨਾਲ ਪਿੰਡ ਦੇ ਭੰਗੀਆਂ ਨੇ ਦਬਾ ਦਿੱਤਾ। ਮਗਰੋਂ 42 ਹੋਰ ਗ੍ਰਿਫਤਾਰ ਕਰ ਲਏ ਗਏ ਤੇ ਉਹਨਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ। ਉੱਤਰ ਪੱਛਮੀ ਸੀਮਾ ਤੇ ਵੀ ਉਹੋ ਜਿਹਾ ਦੁਖਾਂਤ ਵਾਪਰਿਆ। ਪਿਸ਼ਾਵਰ ਵਿੱਚ ਅਗਸਤ ਦੇ ਆਖਰੀ ਹਫ਼ਤੇ ਵਿੱਚ ਸ਼ਸਤਰਹੀਣ ਪਲਟਨਾਂ ਦੇ ਸਿਪਾਹੀਆਂ ਨੇ ਬੈਰਕਾਂ ਵਿੱਚ ਨਜਾਇਜ਼ ਹਥਿਆਰਾਂ ਦੀ ਤਲਾਸ਼ੀ ਲੈਂਦੇ ਸਿਪਾਹੀਆਂ ਤੇ ਹਮਲਾ ਕਰ ਦਿੱਤਾ। 50 ਬਾਗੀ ਗੋਲੀ ਨਾਲ ਉਡਾ ਦਿੱਤੇ ਗਏ। ਸੈਨਾ ਦੇ ਰਸਦ ਵਿਭਾਗ ਦੇ ਹਾਥੀਆਂ ਨੇ ਬੈਰਕਾਂ ਢਾਹ ਦਿੱਤੀਆਂ। ਜਿਸ ਤੇਜ਼ੀ ਨਾਲ ਅਸੰਤੁਸ਼ਟ ਪਲਟਨਾਂ ਸ਼ਸਤਰਹੀਣ ਕੀਤੀਆਂ ਗਈਆਂ ਤੇ ਜਿਸ ਤਰ੍ਹਾਂ ਤੁਰਕ ਸ਼ੱਕੀ ਵਫ਼ਾਦਾਰੀ ਵਾਲਿਆਂ ਨਾਲ ਨਿਪਟਿਆ ਗਿਆ, ਉਸ ਨਾਲ ਡਰ ਫੈਲ ਗਿਆ ਤੇ ਪੰਜਾਬ ਵਿੱਚ ਵਿਦਰੋਹ ਦੇ ਫੈਲਣ ਦਾ ਡਰ ਖਤਮ ਹੋ ਗਿਆ। ਸਰਕਾਰ ਦਾ ਮਾਣ ਵਧ ਗਿਆ ਤੇ ਮੰਡੀ ਦੀ ਭਾਸ਼ਾ ਵਿੱਚ ਮੋਤੀਆਂ, ਚਿੱਟੀ ਖੰਡ ਤੇ ਲਾਲ ਮਿਰਚਾਂ ਦਾ ਭਾਅ ਵਧ ਗਿਆ ਤੇ ਲਾਲ ਕਣਕ, ਭੂਰੇ ਗੁੜ ਤੇ ਕਾਲੀ ਮਿਰਚ ਦਾ ਭਾਅ ਡਿੱਗ ਗਿਆ। ਉੱਪਰ ਬਿਆਨ ਕੀਤੀਆਂ ਘਟਨਾਵਾਂ ਤੇ ਘੁਗਿਆਰਾ ਜ਼ਿਲ੍ਹੇ ਦੇ ਉਦਾਲੇ ਸਤੰਬਰ 1857 ਵਿੱਚ ਖਰਲ ਕਬੀਲੇ ਦੇ ਮੁਸਲਮਾਨਾਂ ਦੇ ਵਿਦਰੋਹ ਤੋਂ ਬਿਨਾਂ ਪੰਜਾਬ ਵਿੱਚ ਉਸ ਵਿਦਰੋਹ ਦਾ ਕੋਈ ਪ੍ਰਭਾਵ ਨਾ ਪਿਆ ਜਿਸ ਨੇ ਸਾਰੇ ਮੁਲਕ ਨੂੰ ਝੰਜੋੜ ਦਿੱਤਾ। ਪੰਜਾਬੀ ਮੁਸਲਮਾਨਾਂ ਨੇ ਵੀ ਆਪਣੇ ਸਹਿਧਰਮੀ ਹਿੰਦੁਸਤਾਨੀਆਂ ਦੇ ਇਹਨਾਂ ਉਦੇਸ਼ਾਂ ਵੱਲ ਕੋਈ ਧਿਆਨ ਨਾ ਦਿੱਤਾ ਕਿ ਉਹ ਇਸਲਾਮ ਦਾ ਨਾਸ਼ ਕਰਨ ਵਾਲੇ ਸੂਰਖਾਨੇ ਅੰਗਰੇਜ਼ਾਂ ਵਿਰੁੱਧ ਜਹਾਦ ਛੇੜਨ। ਪੰਜਾਬੀ ਹਿੰਦੂਆਂ ਤੇ ਕੁਝ ਸਹੀ ਕਾਰਨਾਂ ਕਰਕੇ ਸਿੱਖਾਂ ਨੇ ਵੀ ਉਹਨਾਂ ਦੀਆਂ ਪਛੜ ਕੇ ਕੀਤੀਆਂ ਬੇਨਤੀਆਂ ਵੱਲ ਕੋਈ ਧਿਆਨ ਨਾ ਦਿੱਤਾ। ਉਹ ਗਊ ਮਾਸ ਖਾਣ ਵਾਲਿਆਂ ਵਿਦੇਸ਼ੀਆਂ ਤੋਂ ਤੇ ਕਾਰਤੂਸਾਂ ਵਿੱਚ ਗਊ ਦੀ ਚਰਬੀ ਵਰਤਣ ਵਾਲਿਆਂ ਤੋਂ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਅੱਗੇ ਆਉਣ। ਇਸ ਲਈ ਕੋਈ ਹੈਰਾਨ ਹੋਣ ਵਾਲੀ ਗੱਲ ਵੀ ਨਹੀਂ ਸੀ ਕਿਉਂਕਿ ਜੋ 1857 ਦੀਆਂ ਗਰਮੀਆਂ ਵਿੱਚ ਆਜ਼ਾਦੀ ਦੀ ਖਾਤਰ ਲੜਨ ਵਾਲੇ ਦਾਅਵੇਦਾਰ ਬਣੇ ਫਿਰਦੇ ਸਨ, ਉਹ 8 ਸਾਲ ਪਹਿਲਾਂ ਪੰਜਾਬੀਆਂ ਨੂੰ ਗੁਲਾਮ ਬਣਾਉਣ ਲਈ ਫਿਰੰਗੀਆਂ ਦਾ ਹੱਥ ਟੋਕਾ ਬਣੇ ਸਨ। ਪੰਜਾਬੀ ਰਾਜਕੁਮਾਰਾਂ ਤੇ ਅਮੀਰ ਜ਼ਿਮੀਂਦਾਰਾਂ ਦੀ ਵਫ਼ਾਦਾਰੀ ਅੰਗਰੇਜ਼ਾਂ ਲਈ ਪੰਜਾਬ ਤੇ ਬਾਕੀ ਦਾ ਭਾਰਤ ਬਚਾਉਣ ਵਿੱਚ ਨਿਰਣਾਇਕ ਸਿੱਧ ਹੋਈ। ਉਹਨਾਂ ਨੇ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ ਵੀ ਫੌਜੀਆਂ, ਸ਼ਸਤਰਾਂ ਤੇ ਖਜ਼ਾਨੇ ਲਈ ਖੁੱਲ੍ਹੀਆਂ ਰੱਖੀਆਂ। ਉਹਨਾਂ ਨੇ ਧਨ, ਜਨ ਤੇ ਬਰੂਦ ਗੋਲੇ ਨਾਲ ਵੀ ਸਹਾਇਤਾ ਕੀਤੀ। ਪੰਜਾਬੀਆਂ ਵਿੱਚੋਂ ਬਗਾਵਤ ਦਬਾਉਣ ਲਈ ਸਿੱਖਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਤੇ ਪ੍ਰਮੁੱਖ ਸੀ। ਪੰਜਾਬੀ ਸੈਨਿਕਾਂ ਨੇ ਅੰਗਰੇਜ਼ਾਂ ਦੇ ਟਿਕਾਣੇ ਤੇ ਪਰਿਵਾਰਾਂ ਦੀ ਰੱਖਿਆ ਇਲਾਹਾਬਾਦ, ਬਨਾਰਸ, ਲਖਨਊ, ਕਾਨਪੁਰ ਤੇ ਵਿਦਰੋਹ ਦੇ ਦੂਸਰੇ ਕੇਂਦਰਾਂ ਵਿੱਚ ਕੀਤੀ। ਕਿਉਂਕਿ ਮੇਰਠ ਤੇ ਦਿੱਲੀ ਦੇ ਬਾਗੀਆਂ ਨੇ ਮੁਗਲ ਹਕੂਮਤ ਦੀ ਪੁਨਰ ਸਥਾਪਨਾ ਦਾ ਐਲਾਨ ਕੀਤਾ ਸੀ। ਸਿੱਖਾਂ ਨੇ ਬਹਾਦਰ ਸ਼ਾਹ ਦੇ ਐਲਾਨ ਬਾਰੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ। ਕਿਉਂ ਸਿੱਖ ਤਾਂ ਆਪਣੇ ਵੱਡ ਵਡੇਰਿਆਂ ਉੱਪਰ ਮੁਗਲਾਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਸੁਣ ਕੇ ਵੱਡੇ ਹੋਏ ਸਨ। ਅੰਗਰੇਜ਼ਾਂ ਨੇ ਸਿੱਖਾਂ ਦੇ ਮੁਗਲ ਵਿਰੋਧੀ ਜਜ਼ਬਾਤ ਦਾ ਪੂਰਾ ਲਾਭ ਉਠਾਇਆ। 100 ਸਾਖੀ ਦੇ ਨਵੇਂ ਸੰਸਕਰਣ ਦੀ ਇਸ ਕਹਾਣੀ ਦਾ ਪ੍ਰਚਾਰ ਕੀਤਾ ਗਿਆ ਜਿਸ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਵੱਲੋਂ ਮਿਲ ਕੇ ਦਿੱਲੀ ਉੱਪਰ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ। ਇਸ ਤਰ੍ਹਾਂ ਲੁੱਟ ਕਰਨ ਨੂੰ ਵੀ ਭਵਿੱਖਬਾਣੀ ਅਨੁਸਾਰ ਮਾਨਤਾ ਦਿੱਤੀ ਗਈ ਤੇ ਸਿੱਖ ਬੜੇ ਚਾਅ ਨਾਲ ਕੰਪਨੀ ਦੀਆਂ ਫੌਜਾਂ ਨਾਲ ਮਿਲ ਕੇ ਦਿੱਲੀ ਵੱਲ ਕੂਚ ਕਰਨ ਲੱਗੇ। ਦਿੱਲੀ ਉੱਪਰ ਹਮਲੇ ਸਮੇਂ ਸਿੱਖ ਸਭ ਤੋਂ ਅੱਗੇ ਸਨ ਤੇ ਜਦੋਂ 20 ਸਤੰਬਰ 1857 ਨੂੰ ਦਿੱਲੀ ਤੇ ਜਿੱਤ ਪ੍ਰਾਪਤ ਕਰ ਲਈ ਤਾਂ ਸਿੱਖਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਜੋ ਚੀਜ਼ ਉਹਨਾਂ ਦੇ ਹੱਥ ਆਵੇ ਉਹ ਲੁੱਟ ਲੈਣ। ਹਡਸਨ ਨੇ ਆਪਣੇ ਸਿੱਖ ਰਸਾਲੇ ਨਾਲ ਪਹਿਲਾਂ ਬਹਾਦਰ ਸ਼ਾਹ, ਬੇਗਮ ਜੀਨਤ ਮਹਿਲ ਤੇ ਉਹਨਾਂ ਦੇ ਬੇਟੇ ਜਵਾਂ ਬਖ਼ਤ ਨੂੰ
गिरफ्तार किया। एक दिन मगरों उन्हां ने सम्राट दे 2 होर पुत्तर ते एक पोतरा गिरफ्तार किए। हडसन ने सिखां दी सुरक्षा कारण हज़ारां दी गिनती विच खड़ी हथियारबंद भीड़ दी कोई परवाह ना कीती ते 3 शहजादियां नूं नंगा करके अपनी बंदूक नाल उड़ा दिता। शहजादियां दीयां लाशां चांदनी चौक विच लै गए ते गुरुद्वारा शीशगंज सामणे जा रखियां, जिथे 182 साल पहलां उन्हां दे गुरु तेग बहादुर नूं बहादुर शाह औरंगजेब दे हुकम नाल कतल किया गया सी। इस तरह अंग्रेज़ां वाली 100 साखी दे संस्करण दी भविखबाणी पूरी हो गई। सिखां नूं अपणियां सेवावां दे बड़े शानदार इनाम दिते गए। राजिਆਂ नूं इलाके ते शानदार निवास दिते गए ते सधारण लोकां नूं नौकरियां ते लुੱਟਮਾਰ ਦੇ मौके प्राप्त होए। अंग्रेजी फौज विच सिखां दी भर्ती। जिथों तक सिखां दा संबंध सी, गदर दा एक महत्वपूर्ण सिट्टा यह होया कि फौज विच सिखां दी भर्ती बेरोक टोक खोल दिती गई ते बरतानवी फौज विच भर्ती लई उन्हां दी मंग बहुत वध गई। यह जिस तरह संभव होया उन्हां दी पड़ावार संखेप दोहराई लाभकारी होवेगी। 1846 विच पहले सिख युद्ध समय दरबार दी बर्खास्त कीती फौज तो बेकायदा फौज बनाई गई सी। दूसरे सिख युद्ध के खात्मे पिछों इस फौज की गिनती वधा के इस नूं उत्तर पश्चिम सीमा ते तब्दील कर दिता गया। इस नूं ही पंजाब दी बेकवायद सेना ते मगरों पंजाब सीमा सेना कहा गया। 1849 विच लॉर्ड डलहौजी ने कुछ सच्चे खालसे अंग्रेजी फौज विच भर्ती करन दा फैसला किया। भावें गिनती बहुत थोड़ी सी, फिर भी उस दी इस कार्रवाई ते आलोचना हुई। सिखां दी भर्ती दे सवाल ते गवर्नर जनरल सेनापति ते प्रबंधकी बोर्ड ने विचार की। ब्रिगेडियर हॉन्गसन, जिस ने सिख पलटना की कमान की अगवाई की सी, उसने इस बारे एक याद पत्र तैयार किया जो सिखां दी भर्ती बारे एक किस्म का महान अधिकार पत्र बनिया। इस विच प्रस्तुत किया गया कि हाल की घड़ी पंजाबियों की भर्ती हर पलटन विच 200 तक सीमित होवे, जिस विच अद्धे सिख होण ते इस तरह 74 पलटनां विच सिखां की कुल गिनती 7400 होवेगी। भर्ती होण वालियां की उम्र 20 तो थल्ले होवे ते इस तरह दरबार की वधेरी उम्र के खालसियां की भर्ती ते मनाही हो गई। सिपाहगिरी नूं सत्कारयोग किता बनाउण लई केवल सिख जट ही भर्ती किए जाने सन ते नीवियां जातां दे सिख जिवें मजहबी रामदासियां नूं सख्ती नाल भर्ती करन ते पाबंदी ला दिती गई। सब तो महत्वपूर्ण फैसला यह लिया गया ते जिस दे सिख धर्म की अडरी पछाण विच बड़े प्रभावशाली सिट्टे निकले, वो ये सी कि सिखां नूं भरोसा दिता गया कि जो फौज विच भर्ती होवेगा उस दे सिख रीति मर्यादा विच दखल अंदाजी नहीं की जावेगी। नियमां विच यह व्यवस्था की गई सी सिख भाईचारे दीयां धार्मिक प्रतिज्ञावां विच किसी किस्म जां हालात विच भी दखल अंदाजी नहीं की जावेगी। सिखां नूं दाढ़ी रखण ते सिर दे केस रखण दी आग्या होवेगी जिवें उन्हां दे धर्म दा हुक्म है। इन्हां उपर किसी किस्म का हमला उन्हां दे धर्म नूं बदलण दी नीत समझिया जावेगा, जिस दे गंभीर सिट्टे निकलणगे ते जिस दे कारण कुदरती ही चिंता ते अविश्वास पैदा होवेगा। जिन्हां ने बाहरले चिन्ह ही अपनाए होणगे बरतानवी फौज विच भर्ती होण पिछों उन्हां नूं भी इन्हां नूं त्याग देण दी आग्या नहीं होवेगी। मजहबियां विरुद्ध भेदभाव अन्यायपूर्ण समझिया गया क्योंकि ओह जट्टां वर्गे ही चंगे लड़ाके सन। इस पासे शुरुआत उस समय की गई जदों उन्हां नूं वैरी पठान कबाइलियां नाल भरे पहाड़ां विच सड़कां बनाउण लई मजदूरां वजों भर्ती किया गया। उन्हां ने बारी दुआब नहर की खुदाई भी की। मजहबियां नूं मिट्टी विच काम करन वाले समझ के ना
ਹਥਿਆਰ ਤੇ ਨਾ ਹੀ ਵਰਦੀ ਦਿੱਤੀ ਜਾਂਦੀ ਸੀ। ਉਹਨਾਂ ਦੀ ਬਕਾਇਦਾ ਸਿਪਾਹਗਿਰੀ ਦੀ ਪਦਉੱਨਤੀ ਤਾਂ ਗਦਰ ਸਮੇਂ ਹੋਈ। ਸਿੱਖ ਸਿਪਾਹੀਆਂ ਨੇ ਆਪਣੀ ਸੂਰਬੀਰਤਾ ਦੇ ਗੁਣਾਂ ਤੇ ਵਫ਼ਾਦਾਰੀ ਦਾ ਸਬੂਤ 1852 ਵਿੱਚ ਐਂਗਲੋ ਬਰਮੀ ਯੁੱਧ ਵਿੱਚ ਤੇ 2 ਸਾਲ ਮਗਰੋਂ ਉੱਤਰ ਪੱਛਮੀ ਸੀਮਾ ਤੇ ਮੁਹੰਮਦ ਕਬਾਇਲੀਆਂ ਵਿਰੁੱਧ ਲੜਾਈ ਵਿੱਚ ਦਿੱਤਾ। ਇਸ ਦੇ ਫਲਸਰੂਪ ਜਦੋਂ ਬਗਾਵਤ ਹੋਈ ਤਾਂ ਅੰਗਰੇਜ਼ ਅਧਿਕਾਰੀਆਂ ਨੂੰ ਭਰੋਸਾ ਸੀ ਕਿ ਸਿੱਖ ਵਿਦਰੋਹੀਆਂ ਨਾਲ ਮਿਲ ਨਹੀਂ ਜਾਣਗੇ ਤੇ ਇਸ ਲਈ ਉਹਨਾਂ ਦੀ ਬਰਖਾਸਤ ਕੀਤੇ ਗਏ ਪੂਰਬੀਆਂ ਦੀ ਥਾਂ ਤੇ ਚੋਣ ਕੀਤੀ ਗਈ। ਉਸ ਸਮੇਂ ਮਜ਼੍ਹਬੀਆਂ ਨੂੰ ਮਜ਼ਦੂਰ ਦੀ ਮੰਡਲੀ ਤੋਂ ਪਾਇਨੀਅਰਾਂ ਦੇ ਦਲਾਂ ਵਜੋਂ ਭਰਤੀ ਕਰਕੇ ਪਦਉੱਨਤੀ ਕੀਤੀ ਗਈ। ਮਈ 1857 ਦੇ ਸ਼ੁਰੂ ਵਿੱਚ ਹਡਸਨ ਨੇ ਸੈਨਾ ਦੇ ਗੁਪਤਚਰ ਵਿਭਾਗ ਨਾਲ ਕੰਮ ਕਰਨ ਲਈ ਤੇ ਕਰਨਾਲ ਤੋਂ ਮੇਰਠ ਤੱਕ ਸੜਕ ਚੱਲਦੀ ਰੱਖਣ ਲਈ ਘੋੜਸਵਾਰਾਂ ਤੇ ਪਿਆਦਾ ਦਲ ਭਰਤੀ ਕੀਤਾ। ਹਡਸਨ ਨੇ ਪਹਿਲੇ 100 ਸਿੱਖ ਜੀਂਦ ਦੇ ਰਾਜੇ ਤੋਂ ਉਧਾਰੇ ਲਏ। ਫਿਰ ਉਸਨੇ ਦਰਬਾਰ ਦੀ ਫੌਜ ਦੇ ਪੁਰਾਣੇ ਬਰਖਾਸਤ ਘੋੜਚੜ੍ਹਿਆਂ ਚੋਂ 3 ਰਿਸਾਲੇ ਭਰਤੀ ਕੀਤੇ। ਇਹ ਉਸ ਪ੍ਰਸਿੱਧ ਹਡਸਨ ਰਿਸਾਲੇ ਦਾ ਮੁੱਢ ਸੀ। ਦੂਸਰੇ ਅੰਗਰੇਜ਼ ਅਫਸਰਾਂ ਨੇ ਆਪਣੇ ਬੇਕਵਾਇਦ ਦਲ ਵੀ ਭਰਤੀ ਕੀਤੇ। ਸਿੱਖ ਦਲਾਂ ਦੇ ਨਾਮ ਨਾਲ ਫਿਰ ਬਰੇਸਿਆਰ, ਰੋਥਨੇ ਤੇ ਰਤਰੇ ਦੇ ਨਾਮ ਜੁੜ ਗਏ। ਘਟਨਾਵਾਂ ਦੀ ਦਿਸ਼ਾ ਦਾ ਨਿਰੀਖਣ ਕਰਨ ਉਪਰੰਤ ਤੇ ਮਹਾਰਾਜਾ ਪਟਿਆਲਾ, ਜੀਂਦ ਤੇ ਨਾਭਾ ਨਾਲ ਸਲਾਹ ਕਰਕੇ ਅੰਗਰੇਜ਼ ਅਧਿਕਾਰੀਆਂ ਨੇ ਫੈਸਲਾ ਕੀਤਾ ਕਿ ਕਿਸੇ ਖਾਸ ਜਾਤੀ ਤੇ ਭਰੋਸਾ ਰੱਖਣ ਦੀ ਥਾਂ ਸਾਡੀਆਂ ਦੇਸੀ ਫੌਜਾਂ ਵਿੱਚ ਜਿੱਥੋਂ ਤੱਕ ਸੰਭਵ ਹੋਵੇ ਜਾਤੀਆਂ ਨੂੰ ਇਕੱਠਿਆਂ ਮਿਲਾ ਕੇ ਰੱਖਿਆ ਜਾਵੇ। ਪਰੰਤੂ ਸਿੱਖਾਂ ਦੀ ਉਹਨਾਂ ਦੇ ਬਗਾਵਤ ਨੂੰ ਦਬਾਉਣ ਲਈ ਪਾਏ ਯੋਗਦਾਨ ਕਾਰਨ ਵਿਸ਼ੇਸ਼ ਪ੍ਰਸ਼ੰਸਾ ਕੀਤੀ ਤੇ ਇਨਾਮ ਦਿੱਤੇ ਗਏ। 1858 ਵਿੱਚ ਭਾਰਤੀ ਸੈਨਾ ਦੇ ਪੁਨਰਗਠਨ ਦੇ ਵਿਸ਼ੇ ਦੀ ਸੰਭਾਵਨਾ ਦੀ ਪੜਤਾਲ ਕਰਨ ਲਈ ਜਨਰਲ ਪੀਲ ਅਧੀਨ ਇੱਕ ਕਮਿਸ਼ਨਰ ਨਿਯੁਕਤ ਕੀਤਾ ਗਿਆ। ਇਸ ਨੇ ਸਿਫਾਰਿਸ਼ ਕੀਤੀ ਕਿ ਦੇਸੀ ਤੇ ਅੰਗਰੇਜ਼ੀ ਸੈਨਿਕਾਂ ਦਾ ਅਨੁਪਾਤ 2:1 ਦਾ ਰੱਖਿਆ ਜਾਵੇ ਤੇ ਤੋਪਖਾਨੇ ਵਿੱਚ ਕੋਈ ਦੇਸੀ ਸਿਪਾਹੀ ਭਰਤੀ ਨਾ ਕੀਤਾ ਜਾਵੇ। ਇਹ ਸਿਫਾਰਸ਼ਾਂ ਪ੍ਰਵਾਨ ਕਰ ਲਈਆਂ ਗਈਆਂ ਤੇ ਤੁਰੰਤ ਹੀ ਇਹਨਾਂ ਤੇ ਅਮਲ ਸ਼ੁਰੂ ਹੋ ਗਿਆ। 2 ਸਾਲਾਂ ਦੇ ਅੰਦਰ ਹੀ ਦੇਸੀ ਫੌਜਾਂ ਦੀ ਗਿਣਤੀ 1,40,500 ਹੋ ਗਈ ਤੇ ਯੂਰਪੀਨਾਂ ਦੀ ਗਿਣਤੀ 75,300 ਕਰ ਦਿੱਤੀ ਗਈ ਤੇ 1869 ਤੱਕ ਇਹ ਗਿਣਤੀ 62,000 ਯੂਰਪੀਨਾਂ ਦੇ ਮੁਕਾਬਲੇ 1,22,000 ਕਰ ਦਿੱਤੀ ਗਈ। ਫੌਜ ਦੀ ਬਣਤਰ ਵਿੱਚ ਨਸਲੀ ਤਬਦੀਲੀ ਨੂੰ ਸੈਨਾਪਤੀ ਲਾਰਡ ਰਾਬਰਟ ਨੇ ਸਥਾਈ ਸਰੂਪ ਦਿੱਤਾ। ਸਿੱਖ, ਗੋਰਖ, ਡੋਗਰੇ, ਰਾਜਪੂਤ ਤੇ ਪੰਜਾਬੀ ਮੁਸਲਮਾਨਾਂ ਨੂੰ ਜੰਗਜੂ ਮੰਨ ਲਿਆ ਗਿਆ। ਜਦੋਂ ਪੂਰਬੀਆਂ ਸਮੇਤ ਜਿਨ੍ਹਾਂ ਨੇ ਅੰਗਰੇਜ਼ਾਂ ਲਈ ਅਨੇਕਾਂ ਲੜਾਈਆਂ ਜਿੱਤੀਆਂ ਸਨ ਉਹਨਾਂ ਨੂੰ ਗੈਰ ਲੜਾਕੂ ਤੇ ਫੌਜੀ ਨੌਕਰੀਆਂ ਦੇ ਅਯੋਗ ਸਮਝਿਆ ਗਿਆ। ਜੰਗਜੂ ਜਾਤੀਆਂ ਵਿੱਚ ਸਿੱਖ ਤੇ ਗੋਰਖੇ ਅੰਗਰੇਜ਼ ਅਫਸਰਾਂ ਦੇ ਚਹੇਤੇ ਸਨ। ਭਾਰਤ ਅਤੇ ਪੰਜਾਬ ਵਿੱਚ ਪ੍ਰਬੰਧਕੀ ਤਬਦੀਲੀਆਂ। ਵਿਦਰੋਹ ਪਿੱਛੋਂ ਕੋਰਟ ਆਫ ਡਾਇਰੈਕਟਰਜ਼ ਨੇ ਈਸਟ ਇੰਡੀਆ ਕੰਪਨੀ ਸਮਾਪਤ ਕਰ ਦਿੱਤੀ ਤੇ ਇਸ ਦਾ ਅਧਿਕਾਰ ਪਾਰਲੀਮੈਂਟ ਨੂੰ ਸੌਂਪ ਦਿੱਤਾ। ਪਾਰਲੀਮੈਂਟ ਨੇ ਸਕੱਤਰ ਦੀ ਨਿਯੁਕਤੀ ਕੀਤੀ ਤੇ ਉਸ ਨੂੰ ਅਤੇ ਗਵਰਨਰ ਜਨਰਲ ਨੂੰ ਭਾਰਤ ਦਾ ਰਾਜ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਜਿੱਥੋਂ ਤੱਕ ਪੰਜਾਬ ਦਾ ਸੰਬੰਧ ਹੈ, ਸਭ ਤੋਂ ਮਹੱਤਵਪੂਰਨ ਪ੍ਰਬੰਧਕੀ ਤਬਦੀਲੀ ਹਰਿਆਣਾ ਅਤੇ ਦਿੱਲੀ ਨੂੰ ਪੰਜਾਬ ਨਾਲ ਜੋੜਨ ਦੀ ਕੀਤੀ ਗਈ। ਨਵੇਂ ਜ਼ਿਲ੍ਹਿਆਂ ਵਿੱਚ ਉਹ ਲੋਕ ਰਹਿੰਦੇ ਸਨ ਜੋ ਨਾ ਪੰਜਾਬੀ ਬੋਲਦੇ ਸਨ ਤੇ ਨਾ ਹੀ ਉਹ ਪੰਜਾਬੀਆਂ ਵਰਗੇ ਉੱਦਮੀ ਤੇ ਸਾਹਸੀ ਸਨ। ਉਹਨਾਂ ਦੀ ਜੀਵਨ ਸ਼ੈਲੀ ਤੇ ਕਦਰਾਂ ਕੀਮਤਾਂ ਪੰਜਾਬੀਆਂ ਨਾਲੋਂ ਇਤਨੀਆਂ ਹੀ ਭਿੰਨ ਸਨ ਜਿਤਨੀ ਉਹਨਾਂ ਦੀ ਆਰਥਿਕ ਹਾਲਤ। ਬਹੁਤ ਸਾਰਾ ਹਰਿਆਣਾ ਇੱਕ ਮਾਰੂਥਲ ਸੀ ਤੇ ਦੁੱਖ ਦੀ ਗੱਲ ਇਹ ਸੀ ਕਿ ਉੱਥੇ ਖਾਧ ਪਦਾਰਥਾਂ ਦੀ ਵੀ ਘਾਟ ਸੀ
ਦਿੱਲੀ ਇੱਕ ਵਪਾਰਕ ਸ਼ਹਿਰ ਸੀ ਜਿਸ ਦੀ ਪੇਂਡੂ ਅਤੇ ਚਰਾਗਾਹਾਂ ਵਾਲੇ ਪੰਜਾਬ ਨਾਲ ਬੜੀ ਘੱਟ ਸਾਂਝ ਸਮਾਨਤਾ ਸੀ। ਇਸ ਅਣਜੋੜ ਨੇ ਮਗਰੋਂ ਆਉਣ ਵਾਲੀਆਂ ਸਰਕਾਰਾਂ ਲਈ ਕਈ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ। ਪੰਜਾਬ ਦੇ ਪ੍ਰਬੰਧਕੀ ਮੁਖੀ ਦਾ ਦਰਜਾ ਚੀਫ ਕਮਿਸ਼ਨਰ ਤੋਂ ਵਧਾ ਕੇ ਲੈਫਟੀਨੈਂਟ ਗਵਰਨਰ ਦਾ ਕਰ ਦਿੱਤਾ ਗਿਆ। ਜੌਨ ਲਾਰੈਂਸ ਨੇ ਇਹ ਪਦਵੀ 1 ਮਹੀਨੇ ਲਈ ਸੰਭਾਲੀ। ਉਸ ਦਾ ਉੱਤਰਾਧਿਕਾਰੀ ਰਾਬਰਟ ਮਿੰਟਗੁਮਰੀ ਬਣਿਆ। 1861 ਦੇ ਭਾਰਤੀ ਕੌਂਸਲ ਦੇ ਕਾਨੂੰਨ ਅਨੁਸਾਰ ਗਵਰਨਰ ਜਨਰਲ ਦੀ ਕੌਂਸਲ ਵਿੱਚ ਭਾਰਤੀ ਮੈਂਬਰਾਂ ਦੀ ਗਿਣਤੀ ਵਧਾ ਦਿੱਤੀ ਗਈ। ਮਹਾਰਾਜਾ ਪਟਿਆਲਾ ਨੂੰ ਇਸ ਕੌਂਸਲ ਵਿੱਚ ਨਾਮਜ਼ਦ ਕਰਕੇ ਸਿੱਖਾਂ ਵੱਲੋਂ ਵਿਦਰੋਹ ਸਮੇਂ ਨਿਭਾਈ ਗਈ ਭੂਮਿਕਾ ਪ੍ਰਤੀ ਕਰਤੱਵਯ ਪ੍ਰਗਟ ਕੀਤੀ ਗਈ। ਕਾਂਡ 7ਵਾਂ ਜਲ ਸ਼ਕਤੀ। ਵਿਦਰੋਹ ਤੋਂ ਮਗਰੋਂ ਸਰਕਾਰ ਨੇ ਮਾਰੂਥਲ ਨੂੰ ਸੁਧਾਰ ਕੇ ਉਪਜਾਊ ਬਣਾਉਣ ਤੇ ਮੁਲਕ ਵਿੱਚ ਰੇਲਵੇ ਮਾਰਗ ਤੇ ਸੜਕਾਂ ਦਾ ਜਾਲ ਵਿਛਾਉਣ ਦਾ ਕੰਮ ਸ਼ੁਰੂ ਕੀਤਾ। ਹਸਲੀ ਨਹਿਰ ਦਾ ਵਿਸਥਾਰ ਕੀਤਾ ਗਿਆ। ਰਾਵੀ ਜਦੋਂ ਮੈਦਾਨ ਵਿੱਚ ਦਾਖਲ ਹੁੰਦੀ ਹੈ ਉਸ ਥਾਂ ਤੋਂ ਹੀ ਇਸ ਨੂੰ ਵਰਤੋਂ ਵਿੱਚ ਲਿਆਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਤੇ ਇਸ ਵਿੱਚੋਂ ਇੱਕ ਨਹਿਰ ਕੱਢੀ ਗਈ ਜੋ ਅੰਮ੍ਰਿਤਸਰ ਤੇ ਲਾਹੌਰ ਦੇ ਜ਼ਿਲ੍ਹਿਆਂ ਤੋਂ ਪਾਰ ਜਾ ਕੇ ਮੁਲਤਾਨ ਦੇ ਉੱਪਰੋਂ ਫਿਰ ਮੁੱਖ ਨਦੀ ਵਿੱਚ ਜਾ ਪੈਂਦੀ ਸੀ। ਇਹ ਕਾਰਜ 1861 ਵਿੱਚ ਮੁਕੰਮਲ ਹੋਇਆ ਤੇ ਨਹਿਰ ਅਪਰ ਬਾਰੀ ਦੁਆਬ ਕਰਕੇ ਪ੍ਰਸਿੱਧ ਹੋਈ। 10 ਸਾਲਾਂ ਮਗਰੋਂ ਜਮਨਾ ਦਰਿਆ ਵਿੱਚੋਂ ਵੀ ਉਸ ਤਰ੍ਹਾਂ ਨਹਿਰ ਕੱਢੀ ਗਈ। ਪੱਛਮੀ ਜਮਨਾ ਨਹਿਰ ਅੰਬਾਲਾ, ਕਰਨਾਲ, ਹਿਸਾਰ ਤੇ ਰੋਹਤਕ ਦੇ ਦੱਖਣੀ ਜ਼ਿਲ੍ਹਿਆਂ ਦੀ ਸਿੰਚਾਈ ਕਰਦੀ ਸੀ। 1886-88 ਦੇ ਸਾਲਾਂ ਵਿੱਚ ਮੁਲਤਾਨ ਦੇ ਇਰਦ ਗਿਰਦ ਦੇ ਮਾਰੂਥਲ ਨੂੰ ਸੋਧ ਕੇ ਉਪਜਾਊ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸਤਲੁਜ ਦਰਿਆ ਤੋਂ ਪਾਣੀ ਲੈ ਕੇ 1,77,000 ਬੰਜਰ ਭੂਮੀ ਵਾਹੀਯੋਗ ਬਣਾਈ ਗਈ। ਇਹ ਤਜਰਬਾ ਸਫਲ ਨਾ ਹੋਇਆ ਕਿਉਂਕਿ ਇਹ ਨਹਿਰ 12 ਮਹੀਨੇ ਪਾਣੀ ਨਹੀਂ ਦੇ ਸਕਦੀ ਸੀ। ਮੁਲਤਾਨ ਵਿੱਚ ਕੀਤੀ ਗਲਤੀ ਦਾ ਇੰਜੀਨੀਅਰਾਂ ਤੇ ਨਵੇਂ ਆਬਾਦਕਾਰਾਂ ਦੋਹਾਂ ਨੇ ਉਸ ਸਮੇਂ ਲਾਭ ਉਠਾਇਆ ਜਦੋਂ 4 ਸਾਲ ਮਗਰੋਂ 1892 ਵਿੱਚ 10 ਲੱਖ ਏਕੜ ਭੂਮੀ ਦੀ ਚਨਾਬ ਚੋਂ ਨਹਿਰ ਕੱਢ ਕੇ ਸਿੰਚਾਈ ਕੀਤੀ ਗਈ। ਚਨਾਬ ਕਲੋਨੀ ਦੀ ਸਫਲਤਾ ਮਗਰੋਂ ਉਸੇ ਤਰ੍ਹਾਂ ਦੀ ਹੀ ਸਫਲਤਾ ਮਗਰੋਂ 1892 ਤੇ 1897 ਵਿੱਚ ਜੇਹਲਮ ਦਰਿਆ ਦੇ ਪਾਣੀ ਨਾਲ ਸ਼ਾਹਪੁਰ ਥਲ ਦੀ ਸਿੰਚਾਈ ਕਰਕੇ ਪ੍ਰਾਪਤ ਹੋਈ। ਸਭ ਸਿੰਚਾਈ ਯੋਜਨਾਵਾਂ ਤੋਂ ਵਧੇਰੇ ਦਲੇਰੀ ਭਰਿਆ ਕਾਰਜ 1905 ਵਿੱਚ ਸ਼ੁਰੂ ਕੀਤੀ ਗਈ ਤੀਹਰੀ ਸਿੰਚਾਈ ਯੋਜਨਾ ਸੀ ਜੋ 12 ਵਰ੍ਹੇ ਮਗਰੋਂ ਪੂਰੀ ਕੀਤੀ ਗਈ। ਇਸ ਯੋਜਨਾ ਦੀ ਵਿਉਂਤ ਮੁੱਖ ਰੂਪ ਵਿੱਚ ਸਰ ਰਾਬਰਟ ਦੇ ਨਾਮ ਤੇ ਕਾਇਮ ਕੀਤੇ ਜ਼ਿਲ੍ਹਾ ਮਿੰਟਗੁਮਰੀ ਨੂੰ ਪਾਣੀ ਦੇਣ ਲਈ ਕੀਤੀ ਗਈ ਸੀ ਕਿਉਂਕਿ ਰਾਵੀ ਦਾ ਪਾਣੀ ਪਹਿਲਾਂ ਤਾਂ ਅਪਰ ਬਾਰੀ ਦੁਆਬ ਨਹਿਰ ਲਈ ਵਰਤਿਆ ਲਿਆ ਗਿਆ ਸੀ ਤੇ ਇਸ ਵਿੱਚ ਫਾਲਤੂ ਪਾਣੀ ਨਹੀਂ ਸੀ। ਯੋਜਨਾ ਇਹ ਬਣਾਈ ਗਈ ਸੀ ਕਿ ਰਾਵੀ ਵਿੱਚ ਜੇਹਲਮ ਤੇ ਚਨਾਬ ਦਰਿਆਵਾਂ ਦਾ ਪਾਣੀ ਲਿਆ ਕੇ ਪਾਇਆ ਜਾਵੇ ਤੇ ਫਿਰ ਮਿੰਟਗੁਮਰੀ ਜ਼ਿਲ੍ਹੇ ਲਈ ਇਹ ਪਾਣੀ ਵਰਤ ਲਿਆ ਜਾਵੇ। ਆਖਰ ਜੇਹਲਮ ਨਹਿਰ ਜੇਹਲਮ ਦੇ ਪਾਣੀ ਨਾਲ ਚੱਜ ਦੁਆਬ ਦੀ 3,50,000 ਏਕੜ ਭੂਮੀ ਦੀ ਸਿੰਚਾਈ ਕਰਨ ਪਿੱਛੋਂ ਦਰਿਆ ਚਨਾਬ ਵਿੱਚ ਜਾ ਡਿੱਗਦੀ ਸੀ। ਫਿਰ ਚਨਾਬ ਚੋਂ ਅਪਰ ਚਨਾਬ ਨਹਿਰ ਨਿਕਲਦੀ ਸੀ ਤੇ ਉਹ ਰਚਨਾ ਦੁਆਬ ਦੇ ਗੁਜਰਾਂਵਾਲਾ ਤੇ ਸ਼ੇਖੂਪੁਰਾ ਦੀ 6,50,000 ਏਕੜ ਭੂਮੀ ਦੀ ਸਿੰਚਾਈ ਕਰਦੀ ਸੀ ਤੇ ਫਿਰ ਰਾਵੀ ਉੱਪਰ ਦੀ 550 ਗਜ ਦਾ ਬੰਨ੍ਹ ਲਾ ਕੇ ਪੱਧਰੇ ਲਾਂਘੇ ਰਾਹੀਂ ਪਾਣੀ ਦੂਸਰੇ ਪਾਸੇ ਪਹੁੰਚਾਇਆ ਜਾਂਦਾ ਸੀ। ਇਸ ਤੀਹਰੀ ਜਲ ਯੋਜਨਾ ਦਾ ਤੀਸਰਾ ਹਿੱਸਾ ਲੋਅਰ ਬਾਰੀ ਦੁਆਬ ਉੱਥੋਂ ਨਿਕਲ ਕੇ ਮਿੰਟਗੁਮਰੀ ਜ਼ਿਲ੍ਹੇ ਵਿੱਚੋਂ ਮੁਲਤਾਨ ਜ਼ਿਲ੍ਹੇ ਵਿੱਚ 134 ਮੀਲ ਜਾ ਕੇ ਫਿਰ ਰਾਵੀ ਵਿੱਚ ਜਾ ਪੈਂਦੀ ਸੀ। ਇਹਨਾਂ ਨਹਿਰਾਂ ਦੀ ਖੁਦਾਈ ਦੇ ਨਾਲ ਹੀ ਮਾਰੂਥਲਾਂ ਦੀ ਭੂਮੀ ਦਾ ਵੱਡੇ ਪੱਧਰ ਵਿੱਚ ਪੁਨਰਵਾਸ ਕਰਨ ਦਾ ਕਾਰਜ ਸ਼ੁਰੂ ਹੋ ਗਿਆ। ਉਸ ਸਮੇਂ ਤੱਕ ਦੁਆਬੇ ਬੇਮਿਸਾਲ ਉਜਾੜ ਤੇ ਵੀਰਾਨ
ਦ੍ਰਿਸ਼ਾਂ ਸਨ। ਮੀਲਾਂ ਤੱਕ ਖੁਸ਼ਕ ਤੇ ਬੰਜਰ ਬਿਆਬਾਨ ਧਰਤੀ ਸੀ। ਕਿਤੇ ਕਿਤੇ ਜੰਗਲੀ ਝਾੜੀਆਂ ਤੇ ਛੋਟੇ ਛੋਟੇ ਦਰਖਤ ਸਨ, ਪਰ ਉਹਨਾਂ ਵਿੱਚ ਜ਼ਿੰਦਗੀ ਦੀ ਕੋਈ ਧੜਕਣ ਨਹੀਂ ਸੀ। ਇੱਥੋਂ ਦੇ ਦੁਆਬਿਆਂ ਦੇ ਮੂਲ ਵਾਸੀਆਂ ਨੂੰ, ਜੋ ਆਮ ਤੌਰ ਤੇ ਪਸ਼ੂ ਚਾਰਨ ਵਾਲੇ ਖਾਨਾਬਦੋਸ਼ ਸਨ, ਉਹਨਾਂ ਨੂੰ ਪਿੰਡਾਂ ਵਿੱਚ ਵਸਣ ਤੇ ਕਾਨੂੰਨ ਪੱਖੋਂ ਉਚਿਤ ਕਿੱਤਿਆਂ ਵਿੱਚ ਆਪਣੀ ਤਾਕਤ ਵਰਤਣ ਲਈ ਮਜਬੂਰ ਕਰ ਦਿੱਤਾ ਗਿਆ। ਸਿੱਖਾਂ ਲਈ ਜੋ ਖੇਤਰ ਵਿਸ਼ੇਸ਼ ਕਰਕੇ ਚੁਣਿਆ ਗਿਆ ਉਸ ਨੂੰ ਨੀਲੀ ਬਾਰ ਕਿਹਾ ਜਾਂਦਾ ਸੀ ਤੇ ਉਸ ਦੀ ਸਿੰਚਾਈ ਚਨਾਬ ਦੀਆਂ ਨਹਿਰਾਂ ਨਾਲ ਕੀਤੀ ਜਾਂਦੀ ਸੀ। ਨੌ ਆਬਾਦਕਾਰੀ ਅਫਸਰਾਂ ਨੇ ਵਧੀਆ ਕਿਸਾਨਾਂ ਦੀ ਚੋਣ ਕਰਨ ਲਈ ਅੰਮ੍ਰਿਤਸਰ, ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਠੱਠ ਭੱਜ ਕੀਤੀ। 9 ਆਬਾਦਕਾਰਾਂ ਦੇ 3 ਵਰਗ ਬਣਾਏ ਗਏ। ਸਭ ਤੋਂ ਹੇਠਲਾ ਉਹ ਸਧਾਰਨ ਕਿਸਾਨ ਸਨ ਜਿਨ੍ਹਾਂ ਨੂੰ 14 ਤੋਂ 16 ਏਕੜ ਜ਼ਮੀਨ ਮੁਫਤ ਦਿੱਤੀ ਗਈ। ਅਗਲਾ ਵਰਗ ਉਹਨਾਂ ਜ਼ਿਮੀਂਦਾਰਾਂ ਦਾ ਸੀ ਜਿਨ੍ਹਾਂ ਨੂੰ 111 ਤੋਂ 139 ਏਕੜ ਜ਼ਮੀਨ ਪ੍ਰਤੀ ਏਕੜ 6 ਤੋਂ 9 ਰੁਪਏ ਨਜ਼ਰਾਨਾ ਲੈ ਕੇ ਦਿੱਤੀ ਗਈ। ਸਭ ਤੋਂ ਉੱਪਰਲਾ ਵਰਗ ਸਰਮਾਏਦਾਰਾਂ ਦਾ ਸੀ ਜਿਨ੍ਹਾਂ ਨੂੰ 167 ਤੋਂ 556 ਏਕੜ ਭੂਮੀ 10 ਰੁਪਏ ਤੋਂ 20 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਗਈ। 9 ਆਬਾਦਕਾਰਾਂ ਨੂੰ ਜੱਦੀ ਪੁਸ਼ਤੀ ਤੇ ਪੱਕੇ ਵਿਰਾਸਤ ਦੇ ਹੱਕ ਦਿੱਤੇ ਗਏ। ਬਹੁਤ ਗਿਣਤੀ ਮਾਝੇ ਦੇ ਸਿੱਖ ਆਬਾਦਕਾਰਾਂ ਦੀ ਹੀ ਸੀ ਤੇ ਵਿੱਚ ਟਾਵੇਂ ਗੈਰ ਜੱਟ ਕਾਸ਼ਤਕਾਰ ਜਾਤੀਆਂ ਜਿਵੇਂ ਕੰਬੋਆਂ, ਲੁਬਾਣਿਆਂ ਤੇ ਮਜ਼੍ਹਬੀਆਂ ਵਿੱਚੋਂ ਸਨ। ਆਬਾਦਕਾਰ ਬੜੇ ਉਤਸ਼ਾਹਿਤ ਤੇ ਜੋਸ਼ ਨਾਲ ਆਪਣੇ ਕੰਮ ਵਿੱਚ ਰੁੱਝ ਗਏ। ਜਿੱਥੇ ਦੂਰ ਦੂਰ ਪੀਲੀ ਰੇਤ ਫੈਲੀ ਹੋਈ ਸੀ, ਹੁਣ ਉਸ ਥਾਂ ਤੇ 2 ਕੁ ਸਾਲਾਂ ਵਿੱਚ ਹੱਸਦਾ ਵਸਦਾ ਇਲਾਕਾ ਪਿੰਡਾਂ ਤੇ ਅਨਾਜ ਦੇ ਖੇਤਾਂ ਤੇ ਫਸਲਾਂ ਨਾਲ ਭਰਪੂਰ ਸੀ। ਫੌਜ ਲਈ ਘੋੜਿਆਂ ਤੇ ਖੱਚਰਾਂ ਦੀ ਭਰਤੀ ਲਈ ਘੋੜਾ ਫਾਰਮ ਬਣਾਏ ਗਏ ਤੇ ਮਗਰੋਂ ਪਸ਼ੂਆਂ ਦੀ ਨਸਲ ਸੁਧਾਰ ਦੇ ਕੇਂਦਰ ਸਥਾਪਿਤ ਕੀਤੇ ਗਏ। ਨਵੀਆਂ ਜ਼ਮੀਨਾਂ ਵਿੱਚੋਂ ਫਸਲ ਸੂਬੇ ਦੀਆਂ ਲੋੜਾਂ ਤੋਂ ਵੀ ਵੱਧ ਪੈਦਾ ਕੀਤੀ ਤੇ ਪਹਿਲੀ ਫਸਲ ਤਾਂ ਗੁਦਾਮ ਵਿੱਚ ਸੜਦੀ ਰਹੀ। ਫਿਰ ਰੇਲਾਂ ਤੇ ਸਹਾਇਕ ਸੜਕਾਂ ਬਣਾਉਣ ਲਈ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਗਿਆ। ਇੱਕ ਪਾਸੇ 1861 ਵਿੱਚ ਲਾਹੌਰ ਨੂੰ ਅੰਮ੍ਰਿਤਸਰ ਨਾਲ ਰੇਲ ਰਾਹੀਂ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਅਗਲੇ 30 ਸਾਲਾਂ ਵਿੱਚ ਸੂਬੇ ਵਿੱਚ ਰੇਲਵੇ ਲਾਈਨਾਂ ਦਾ ਜਾਲ ਵਿਛਾ ਕੇ ਨਹਿਰੀ 9 ਆਬਾਦੀਆਂ ਨੂੰ ਭਾਰਤ ਦੇ ਸ਼ਹਿਰਾਂ ਨਾਲ ਜੋੜ ਦਿੱਤਾ ਗਿਆ ਸੀ। ਕਣਕ, ਕਪਾਹ ਤੇ ਤਿਲ ਦੇ ਬੀਜ ਨਿਰਯਾਤ ਲਈ ਰੇਲ ਰਾਹੀਂ ਬੰਬਈ ਤੇ ਕਰਾਚੀ ਭੇਜੇ ਗਏ ਤੇ ਇਕੱਲੀ ਕਣਕ ਦਾ ਹੀ 10 ਲੱਖ ਟਨ ਸਾਲਾਨਾ ਹੋ ਗਿਆ। ਜ਼ਮੀਨ ਦੀ ਕੀਮਤ ਜੋ ਪੰਜਾਬ ਉੱਪਰ ਕਬਜ਼ੇ ਸਮੇਂ 10 ਰੁਪਏ ਪ੍ਰਤੀ ਏਕੜ ਸੀ, ਇਹ ਹੁਣ ਨਵੀਆਂ ਆਬਾਦ ਥਾਵਾਂ ਤੇ ਪ੍ਰਤੀ ਏਕੜ 400 ਰੁਪਏ ਪ੍ਰਤੀ ਏਕੜ ਹੋ ਗਈ। ਪੰਜਾਬੀ ਭਾਰਤ ਦੇ ਸਭ ਤੋਂ ਖੁਸ਼ਹਾਲ ਕਿਸਾਨ ਬਣ ਗਏ ਤੇ ਪੰਜਾਬੀਆਂ ਵਿੱਚੋਂ ਸਿੱਖ ਸਭ ਤੋਂ ਜ਼ਿਆਦਾ ਅਮੀਰ ਹੋ ਗਏ। ਨਹਿਰਾਂ ਕੱਢੇ ਜਾਣ ਨਾਲ ਖੁਸ਼ਹਾਲੀ ਆਈ ਤੇ ਸਿੱਖਾਂ ਪ੍ਰਤੀ ਸਾਮਰਾਜੀ ਸੈਨਾ ਵਿੱਚ ਭਰਤੀ ਵਿੱਚ ਤਰਜੀਹ ਤੇ ਸਤਿਕਾਰ ਦੀ ਭਾਵਨਾ ਕਾਰਨ ਸਿੱਖ ਸਮਾਜ ਦੇ ਭਵਿੱਖ ਤੇ ਜਾਤ-ਪਾਤ ਦੇ ਢਾਂਚੇ ਤੇ ਪ੍ਰਭਾਵ ਪਿਆ। ਸਿੱਖ ਹੋਣ ਕਰਕੇ ਮਿਲੇ ਆਰਥਿਕ ਲਾਭਾਂ ਕਾਰਨ ਸਿੱਖ ਧਰਮ ਦਾ ਹਿੰਦੂ ਧਰਮ ਵਿੱਚ ਮੁੜ ਪਰਤ ਜਾਣ ਤੇ ਸਿੱਖਾਂ ਦੇ ਵਿਖੰਡਨ ਨੂੰ ਠੱਲ ਪੈ ਗਈ। ਇਸ ਦੇ ਉਲਟ 19ਵੀਂ ਸਦੀ ਦੇ ਅਖੀਰ ਦਹਾਕੇ ਤੇ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸਿੱਖਾਂ ਦੀ ਗਿਣਤੀ ਵਿੱਚ ਅਸਚਰਜਤਾ ਭਰਪੂਰ ਵਾਧਾ ਹੋਇਆ। ਇਹ ਜ਼ਿਆਦਾ ਕਰਕੇ ਸਰਕਾਰੀ ਸਰਪ੍ਰਸਤੀ ਕਾਰਨ ਸੀ, ਜਿਸ ਅਨੁਸਾਰ ਫੌਜ ਵਿੱਚ ਸਿੱਖਾਂ ਲਈ ਨੌਕਰੀਆਂ ਰਾਖਵੀਆਂ ਕੀਤੀਆਂ ਗਈਆਂ ਤੇ ਮਗਰੋਂ ਇਹ ਸਿਵਲ ਪ੍ਰਸ਼ਾਸਨ ਵਿੱਚ ਵੀ ਸਿਰਫ ਕੇਸਧਾਰੀ ਖਾਲਸੇ ਲਈ ਰਾਖਵੀਆਂ ਰੱਖੀਆਂ ਗਈਆਂ। ਇਸ ਸਰਪ੍ਰਸਤੀ ਨੇ ਸਿੰਘ ਸਭਾ ਲਹਿਰ ਜਾਂ ਧਰਮ ਸ਼ੁੱਧੀ ਜਾਂ ਧਰਮ ਬਦਲਣ ਦੀ ਲਹਿਰ ਦਾ ਰਾਹ ਪੱਧਰਾ ਕਰ ਦਿੱਤਾ। ਇਸ ਤਰ੍ਹਾਂ ਲਾਰਡ ਡਲਹੌਜ਼ੀ ਵੱਲੋਂ ਸਿੱਖ ਧਰਮ ਦੇ ਅਲੋਪ ਹੋ ਜਾਣ ਦੀ ਗਮਗੀਨੀ ਵਾਲੀ ਭਵਿੱਖਬਾਣੀ ਨੂੰ ਡਲਹੌਜ਼ੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੀਤੀਆਂ, ਸੈਨਾਪਤੀਆਂ ਤੇ ਪੰਜਾਬ ਦੇ ਪ੍ਰਬੰਧਕਾਂ ਨੇ ਠੱਲ ਪਾਈ
ਤੇ ਉਹਦੀ ਹਵਾ ਕੱਢ ਦਿੱਤੀ। ਸਾਮਰਾਜੀ ਸੈਨਾ ਵਿੱਚ ਸਿੱਖਾਂ ਦਾ ਅਨੁਪਾਤ ਉਹਨਾਂ ਦੀ ਗਿਣਤੀ ਤੇ ਵਸੋਂ ਦੇ ਮੁਕਾਬਲੇ ਅਨੁਚਿਤ ਤੇ ਜ਼ਿਆਦਾ ਸੀ। ਪੰਜਾਬ ਵਿੱਚੋਂ ਫੌਜੀਆਂ ਦੀ ਕੁੱਲ ਗਿਣਤੀ ਜੋ ਸਦੀ ਦੇ ਅੰਤ ਤੱਕ 42,560 ਸੀ, 20,060 ਮੁਸਲਮਾਨ, 11,612 ਹਿੰਦੂ ਤੇ 10,867 ਸਿੱਖ ਸਨ। ਪੰਜਾਬ ਦੀਆਂ ਰਿਆਸਤਾਂ ਵਿੱਚ ਇਹਨਾਂ ਤੋਂ ਵੱਖਰੇ 4122 ਸਿੱਖ ਫੌਜੀ ਸਨ। ਦੂਸਰੇ ਸ਼ਬਦਾਂ ਵਿੱਚ ਸਿੱਖ, ਜੋ ਪੰਜਾਬ ਦੀ ਵਸੋਂ ਦਾ 12% ਤੋਂ ਕੁਝ ਹੀ ਜ਼ਿਆਦਾ ਸਨ, ਉਹਨਾਂ ਦੀ ਫੌਜ ਵਿੱਚ ਗਿਣਤੀ 25% ਦੇ ਲਗਭਗ ਸੀ। ਸਿੱਖ ਸੈਨਿਕਾਂ ਵਿੱਚੋਂ ਵਧੇਰੇ ਗਿਣਤੀ ਜੱਟ ਸਿੱਖਾਂ ਦੀ ਸੀ, ਜੋ ਸਾਮਰਾਜੀ ਸੈਨਾ ਦੇ 6666 ਤੇ ਦੇਸੀ ਰਿਆਸਤਾਂ ਵਿੱਚ 1845 ਸੀ। ਜੱਟਾਂ ਤੋਂ ਪਿੱਛੋਂ ਮਜ਼੍ਹਬੀ ਆਉਂਦੇ ਸਨ, ਜਿਨ੍ਹਾਂ ਦੀ ਗਿਣਤੀ 1626 ਸੀ। ਜੱਟਾਂ ਪ੍ਰਤੀ ਤਰਜੀਹ ਕਾਰਨ ਉਹਨਾਂ ਦਾ ਜਾਤ ਵਰਗ ਵਿੱਚ ਸਭ ਤੋਂ ਉੱਪਰ ਤੇ ਉੱਚਾ ਸਥਾਪਿਤ ਹੋ ਗਿਆ। ਸਿੱਖਾਂ ਦਾ ਜਾਤ-ਪਾਤ ਦੇ ਵਰਗਾਂ ਵਿੱਚ ਉੱਪਰ ਵੱਲ ਗਤੀਸ਼ੀਲਤਾ ਤਾਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਅੰਮ੍ਰਿਤਧਾਰੀ ਤੇ ਕੇਸਧਾਰੀ ਜੱਟ ਸਿੱਖ ਹੀ ਸਨ, ਜਿਨ੍ਹਾਂ ਕਰਕੇ ਸਿੱਖ ਰਾਜਸੀ ਸ਼ਕਤੀਆਂ ਦੇ ਮਾਲਕ ਬਣੇ ਤੇ ਇਸ ਦੇ ਫਲਸਰੂਪ ਹੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭੂਮੀ ਦੇ ਮਾਲਕ, ਜਗੀਰਦਾਰ ਤੇ ਸਰਦਾਰ ਬਣੇ। ਅੰਗਰੇਜ਼ੀ ਰਾਜ ਸਮੇਂ ਵੀ ਜੱਟਾਂ ਦਾ ਸਿੱਖਾਂ ਵਿੱਚ ਪ੍ਰਮੁੱਖ ਦਰਜਾ ਬਣਿਆ ਰਿਹਾ ਤੇ ਉਹ ਬ੍ਰਾਹਮਣਾਂ ਤੇ ਕਸ਼ੱਤਰੀਆਂ ਤੇ ਵੈਸ਼ਾਂ ਨਾਲੋਂ ਵੀ ਵਧੇਰੇ ਸਤਿਕਾਰਯੋਗ ਬਣ ਗਏ। ਇਹ ਦਰਜਾ ਮੁਸਲਮਾਨ ਤੇ ਹਿੰਦੂ ਜਾਟਾਂ ਨੂੰ ਆਪਣੇ ਆਪਣੇ ਧਰਮ ਸੰਗਠਨਾਂ ਤੇ ਸਮਾਜ ਵਿੱਚ ਪ੍ਰਾਪਤ ਨਹੀਂ ਹੋਇਆ ਸੀ। ਇਸ ਤਰ੍ਹਾਂ ਹੀ ਤਰੱਕੀ ਮਜ਼੍ਹਬੀਆਂ ਤੇ ਰੰਘਰੇਟੇ ਸਿੱਖਾਂ ਨੇ ਵੀ ਕੀਤੀ ਤੇ ਇਹ ਵੀ ਫੌਜ ਵਿੱਚ ਭਰਤੀ ਹੋਣ ਕਰਕੇ ਤੇ ਜ਼ਮੀਨਾਂ ਪ੍ਰਾਪਤ ਹੋਣ ਕਰਕੇ ਹੀ ਸੰਭਵ ਹੋਈ। ਪਰੰਪਰਾ ਤੋਂ ਬਿਨਾਂ ਉਹਨਾਂ ਜਾਤਾਂ ਦਾ ਅਪਮਾਨ ਇਸ ਕਰਕੇ ਵੀ ਵਧੇਰੇ ਸੀ ਕਿਉਂਕਿ ਉਹਨਾਂ ਨੇ ਚੂੜ-ਪੁਣੇ ਤੇ ਚਮਾਰ-ਪੁਣੇ ਦੇ ਕਿੱਤੇ ਅਪਣਾਏ ਹੋਏ ਸਨ, ਭਾਵ ਉਹ ਗੰਦ ਢੋਂਦੇ ਤੇ ਮਰੇ ਪਸ਼ੂਆਂ ਦਾ ਚੰਮ ਲਾਉਂਦੇ ਸਨ। ਰੁਜ਼ਗਾਰ ਦੇ ਨਵੇਂ ਸਾਧਨ ਮਿਲਣ ਕਾਰਨ ਇਹਨਾਂ ਜਾਤੀਆਂ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਪੁਸ਼ਤੈਨੀ ਕਿੱਤੇ ਛੱਡ ਦਿੱਤੇ ਸਨ ਤੇ ਉਹ ਜਾਂ ਤਾਂ ਫੌਜ ਵਿੱਚ ਭਰਤੀ ਹੋ ਗਏ ਸਨ ਜਾਂ ਕਿਸਾਨ ਬਣ ਗਏ ਸਨ। ਭਾਵੇਂ ਉਹ ਪੂਰੀ ਤਰ੍ਹਾਂ ਨੀਵੀਂ ਜਾਤੀ ਦਾ ਕਲੰਕ ਮਿਟਾਉਣ ਵਿੱਚ ਸਫਲ ਤਾਂ ਨਹੀਂ ਹੋਏ, ਪਰ ਉਹਨਾਂ ਨੂੰ ਸਿੱਖ ਸਮਾਜ ਹਿੰਦੂਆਂ ਤੇ ਮੁਸਲਮਾਨਾਂ ਵਿਚਲੇ ਅਛੂਤਾਂ ਨਾਲੋਂ ਵਧੇਰੇ ਚੰਗੀ ਤੇ ਆਦਰਯੋਗ ਥਾਂ ਲੈਣ ਵਿੱਚ ਸਫਲਤਾ ਮਿਲ ਗਈ। ਭਾਗ ਤੀਜਾ, ਸਮਾਜਿਕ ਤੇ ਧਾਰਮਿਕ ਸੁਧਾਰ। ਪੂਰਬੀ ਜਗਤ ਦਾ ਮਾਹੌਲ ਸਦਾ ਹੀ ਪੀਰਾਂ, ਪੈਗੰਬਰਾਂ ਤੇ ਮੁਕਤੀਦਾਤਿਆਂ ਲਈ ਸਾਜ਼ਗਾਰ ਰਿਹਾ ਹੈ। ਹਰ ਯੁੱਗ ਵਿੱਚ ਅਜਿਹੇ ਵਿਅਕਤੀਆਂ ਦੀ ਕਾਫੀ ਮਾਤਰਾ ਰਹੀ ਹੈ ਜੋ ਪਰਮਾਤਮਾ ਦੀ ਨੇੜਤਾ ਜਾਂ ਸੰਪਰਕ ਦਾ ਦਾਅਵਾ ਕਰਦੇ ਰਹੇ ਹਨ। ਕਈ ਤਾਂ ਪਰਮਾਤਮਾ ਦਾ ਮਨੁੱਖੀ ਆਕਾਰ ਵਿੱਚ ਉਹਦਾ ਅਵਤਾਰ ਹੋਣ ਦਾ ਦਾਅਵਾ ਵੀ ਕਰਦੇ ਸਨ। ਸਿੱਖਾਂ ਵਿੱਚ ਮਸੀਹੀ ਜਾਂ ਮੁਕਤੀਦਾਤਿਆਂ ਦੀ ਘਾਟ ਨਹੀਂ ਸੀ, ਪਰ ਉਹਨਾਂ ਦਾ ਮਸੀਹੀ ਆਦਰਸ਼ ਸਿੱਖੀ ਵੰਨਗੀ ਦਾ ਸੀ। ਗੁਰੂ ਸਾਹਿਬਾਨਾਂ ਨੇ ਆਪਣੇ ਪੈਰੋਕਾਰਾਂ ਨੂੰ ਇਹ ਦ੍ਰਿੜ ਕਰਵਾ ਦਿੱਤਾ ਸੀ ਕਿ ਕੋਈ ਵੀ ਗੁਰੂ ਜਾਂ ਸਾਲਸੀ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਨੇ ਇਹ ਐਲਾਨ ਕਰ ਦਿੱਤਾ ਕਿ ਦੇਹਧਾਰੀ ਗੁਰੂ ਦਾ ਸਿਲਸਿਲਾ ਸਮਾਪਤ ਕਰ ਦਿੱਤਾ ਗਿਆ ਹੈ ਤੇ ਹੁਣ ਸਿੱਖ ਅਗਵਾਈ ਤੇ ਸਿੱਖਿਆ ਲਈ ਆਦਿ ਗ੍ਰੰਥ ਦੀ ਸ਼ਰਨ ਹੋਣਗੇ, ਤਾਂ ਕਈ ਆਗਾਮੀ ਨਸਲਾਂ ਨੇ ਇਸ ਆਦੇਸ਼ ਨੂੰ ਅਣਗੌਲਿਆ ਕਰ ਦਿੱਤਾ ਤੇ ਅਵਤਾਰਵਾਦ ਦੇ ਅਡੰਬਰ ਨੂੰ ਧਾਰਮਿਕਤਾ ਪ੍ਰਦਾਨ ਕਰਨ ਲਈ 100 ਸਾਖੀ ਘੜ ਲਈ। ਅਗਲੇਰੇ ਪੰਨਿਆਂ ਤੇ ਜਿਹੜੇ ਪਹਿਲੇ ਦੋ ਮੱਤਾਂ ਬਾਰੇ ਚਰਚਾ ਕੀਤੀ ਗਈ ਹੈ, ਉਹ ਉਹਨਾਂ ਦੀ ਬਦਲਦੀ ਕਿਸਮਤ ਭਾਵ ਸਿੱਧੜ ਪੇਂਡੂ ਗੁਰਬਤ ਤੋਂ ਬਾਦਸ਼ਾਹੀ ਅਮੀਰੀ ਤੱਕ ਦੇ ਉਭਾਰ ਤੇ ਫਿਰ ਵਿਦੇਸ਼ੀ ਜਾਤੀ ਦੇ ਅਧੀਨ ਗੁਲਾਮ ਹੋਣ ਦੀ ਕਹਾਣੀ ਦੀ ਉਪਜ ਹਨ। ਪਹਿਲੇ ਪੜਾਅ ਵਿੱਚ ਤਾਕਤ ਨੇ ਦੌਲਤ ਨੂੰ ਜਨਮ ਦਿੱਤਾ ਤੇ ਦੌਲਤ ਕਾਰਨ
ਬੇਦੀਨਤਾ ਪੈਦਾ ਹੋਈ ਤੇ ਦੂਸਰੇ ਪੜਾਅ ਵਿੱਚ ਸ਼ਕਤੀ ਦੇ ਖੁੱਸ ਜਾਣ ਨੇ ਬੀਤ ਚੁੱਕੇ ਸੁਨਹਿਰੀ ਯੁੱਗ ਦੀ ਪੁਨਰ ਸਿਰਜਣਾ ਦੀ ਲਾਲਸਾ ਪੈਦਾ ਕੀਤੀ। ਨਿਰੰਕਾਰੀ ਤੇ ਨਾਮਧਾਰੀ ਇਸ ਪ੍ਰਕਰਨ ਦੀਆਂ ਉਦਾਹਰਨਾਂ ਹਨ। ਰਾਧਾ ਸੁਆਮੀ ਇੱਕ ਵੱਖਰੀ ਗੈਰ ਸੰਪਰਦਾਇਕ ਸੰਸਥਾ ਹੈ ਜੋ ਖਾਲਸਾਈ ਸਿਧਾਂਤਾਂ ਤੋਂ ਬਿਨਾਂ ਹਿੰਦੂ ਧਰਮ ਉੱਪਰ ਪਏ ਸਿੱਖ ਧਰਮ ਦੇ ਪ੍ਰਭਾਵਾਂ ਕਾਰਨ ਪੈਦਾ ਹੋਈ ਹੈ। ਇਹ ਹਿੰਦੂ ਧਰਮ ਤੇ ਸਿੱਖ ਧਰਮ ਦੇ ਇੱਕ ਕਿਸਮ ਦੇ ਮਿਸ਼ਰਣ ਨੂੰ ਸਪਸ਼ਟ ਕਰਦਾ ਹੈ ਜੋ ਦੋਹਾਂ ਫਿਰਕਿਆਂ ਦੇ ਪੜ੍ਹੇ ਲਿਖੇ ਲੋਕਾਂ ਵਿੱਚ ਕਾਫੀ ਮਕਬੂਲ ਤੇ ਪ੍ਰਚਲਿਤ ਹੈ। ਉੱਪਰ ਵਰਣਨ ਕੀਤੇ ਗਏ ਤਿੰਨ ਮਤਾਂ ਨਾਲੋਂ ਵਧੇਰੇ ਮਹੱਤਵਪੂਰਨ ਉਹ ਸਮਾਜਿਕ ਧਾਰਮਿਕ ਲਹਿਰ ਸੀ ਜੋ ਸਿੰਘ ਸਭਾ ਲਹਿਰ ਦੇ ਨਾਮ ਅਧੀਨ ਮਸ਼ਹੂਰ ਹੋਈ। ਧਾਰਮਿਕ ਪੱਧਰ ਤੇ ਇਹ ਉਸ ਸਨਾਤਨੀ ਪਰੰਪਰਾ ਦੀ ਪੂਰੀ ਤਰ੍ਹਾਂ ਅਨੁਸਾਰੀ ਰਹੀ ਕਿ ਗ੍ਰੰਥ ਤੋਂ ਬਿਨਾਂ ਹੋਰ ਕੋਈ ਗੁਰੂ ਨਹੀਂ ਹੈ ਤੇ ਸਮਾਜਿਕ ਪੱਧਰ ਤੇ ਇਸ ਨੇ ਨਵੇਂ ਯੁੱਗ ਦੀਆਂ ਚੁਣੌਤੀਆਂ ਦਾ ਮੁਕਾਬਲਾ ਨਵੇਂ ਹਥਿਆਰਾਂ ਨਾਲ ਕੀਤਾ। ਇਸ ਦਾ ਪਹਿਲਾ ਕੰਮ ਸਿੱਖਾਂ ਨੂੰ ਉੱਤਰ ਇਤਲਾਹੀ ਸਥਿਤੀ ਅਨੁਸਾਰ ਢਾਲਣਾ ਸੀ। ਇਲਹਾਕ ਨੇ ਸਿੱਖਾਂ ਨੂੰ ਪ੍ਰਮੁੱਖਤਾ ਦੀ ਸਥਿਤੀ ਚੋਂ ਕੱਢ ਕੇ ਨਾ ਕੇਵਲ ਅੰਗਰੇਜ਼ਾਂ ਦੇ ਅਧੀਨ ਹੀ ਕਰ ਦਿੱਤਾ ਸਗੋਂ ਇਹਨਾਂ ਨੂੰ ਮੁਸਲਮਾਨਾਂ ਤੇ ਹਿੰਦੂਆਂ ਦੀ ਅਧੀਨ ਸਥਿਤੀ ਵਿੱਚ ਵੀ ਲਿਆ ਖੜਾ ਕੀਤਾ ਜੋ ਗਿਣਤੀ ਪੱਖੋਂ ਸਿੱਖਾਂ ਨਾਲੋਂ ਕਿਤੇ ਜ਼ਿਆਦਾ ਸਨ। ਇਹ ਸੰਖਿਆਤਮਕ ਤੁੱਛਤਾ ਦਾ ਅਹਿਸਾਸ ਇਸ ਅਸਲੀਅਤ ਨਾਲ ਹੋਰ ਵੀ ਗਹਿਰਾ ਹੋ ਗਿਆ ਕਿਉਂਕਿ ਇਲਹਾਕ ਕਾਰਨ ਪੰਜਾਬ ਦੇ ਹਿੰਦੂ ਤੇ ਮੁਸਲਮਾਨ ਤਾਂ ਆਪਣੇ ਵੱਧ ਪੜ੍ਹੇ ਲਿਖੇ ਪ੍ਰਬੁੱਧ ਸਹਿਧਰਮੀਆਂ ਦੇ ਸਿੱਧੇ ਸੰਪਰਕ ਵਿੱਚ ਆ ਗਏ ਪਰ ਅੰਗਰੇਜ਼ੀ ਕਬਜ਼ੇ ਅਧੀਨ ਸਿੱਖਾਂ ਦਾ ਸੰਪਰਕ ਦਾ ਆਪਣੇ ਮਲਵਈ ਭਰਾਵਾਂ ਨਾਲ ਹੀ ਹੋਇਆ ਜੋ ਉਹਨਾਂ ਤੋਂ ਵੀ ਘੱਟ ਪੜ੍ਹੇ ਲਿਖੇ ਸਨ। ਸਿੱਖਾਂ ਕੋਲ ਆਪਣੇ ਹਾਕਮ ਦਾ ਸਹਾਰਾ ਤੇ ਅਗਵਾਈ ਲੈਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ। ਸਿੰਘ ਸਭਾ ਦੀ ਛਤਰਛਾਇਆ ਹੇਠ ਸਿੱਖਾਂ ਨੇ ਸਾਖਰਤਾ ਦੇ ਉੱਦਮ ਲਈ ਅੰਗਰੇਜ਼ ਅਧਿਕਾਰੀਆਂ ਦੀ ਸਹਾਇਤਾ ਤੇ ਸਹਿਯੋਗ ਪ੍ਰਾਪਤ ਕੀਤਾ। ਦੂਸਰਾ ਕਾਰਜ ਆਪਣੀ ਵੱਖਰੀ ਪਹਿਚਾਣ ਕਾਇਮ ਰੱਖਣਾ ਸੀ। ਇਲਹਾਕ ਨੇ ਉਤਸ਼ਾਹਹੀਣ ਤੇ ਆਗੂ ਰਹਿਤ ਸਿੱਖ ਜਨਤਾ ਨੂੰ ਈਸਾਈ ਪ੍ਰਚਾਰਕਾਂ ਤੇ ਹਿੰਦੂ ਆਰੀਆ ਸਮਾਜੀਆਂ ਦੀ ਧਰਮ ਸ਼ੁੱਧੀ ਦੀਆਂ ਕਾਰਵਾਈਆਂ ਦੇ ਪ੍ਰਭਾਵ ਹੇਠ ਆਉਣ ਦਾ ਖਤਰਾ ਪੈਦਾ ਕਰ ਦਿੱਤਾ। ਸਿੰਘ ਸਭਾ ਲਹਿਰ ਨੇ ਇਸ ਵਗਾਰ ਦਾ ਟਾਕਰਾ ਸਿੱਖ ਧਰਮ ਤੇ ਪਰੰਪਰਾ ਵਿੱਚ ਰੁਚੀ ਨੂੰ ਪੁਨਰ ਸੁਰਜੀਤ ਕਰਕੇ ਕੀਤਾ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦੇ 130 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।